ਛੋਟੇ ਛੋਟੇ ਕੇਸਾਂ ਦੇ ਵਿੱਚ ਜਿਹੜੇ ਲੋਕ ਹੈਗੇ ਵੀ ਬੈਨ ਹੈਗੇ ਆ, ਅਜੇ ਵੀ ਬੈਨ ਹੈਗੇ ਆ। ਲੇਕਿਨ ਏਡੇ ਵੱਡੇ ਕੇਸ ਦੇ ਵਿੱਚੋਂ ਚਾਹੇ ਉਹ ਬਰੀ ਹੋ ਗਏ ਸੀ, ਲੇਕਿਨ ਭਾਰਤ ਸਰਕਾਰ ਉਹਨਾਂ ਨੂੰ ਹਮੇਸ਼ਾ ਜਿਸ ਤਰੀਕੇ ਨਾਲ ਵੇਖਦੀ ਰਹੀ। ਅੱਜ ਵੀ ਤੁਸੀਂ ਮੀਡੀਆ ਅਖਬਾਰਾਂ ਦੇਖੀਆਂ ਹੋਣੀਆਂ ਨਾ, ਉਹਨਾਂ ਸਸਪੈਕਟ ਲਿਖਿਆ ਉਹ ਤਾਂ ਸਗੋਂ ਕਾਰਵਾਈ ਮੰਗਦੇ ਰਹੇ, ਬਹੁਤ ਲੰਬਾ ਸਮਾਂ ਬੈਨ ਰੱਖਿਆ। ਇੱਦਾਂ ਹੁਣ ਅਖੀਰਲੇ ਦਿਨਾਂ ਦੇ ਵਿੱਚ ਜਾ ਕੇ ਬਹੁਤ ਕੁਝ ਸਾਲ ਪਹਿਲਾਂ ਉਹਨਾਂ ਦੇ ਨਾਲ ਜਿਹੜੀ ਗੱਲਬਾਤ ਕੀ ਹੋਈ ਭਾਰਤ ਸਰਕਾਰ ਦੀ, ਕਿਉਂ ਰਵਿੰਦਰ ਸਿੰਘ ਮਲਕ ਉਹਨਾਂ ਦਾ ਇੱਕਦਮ ਜਿਹੜਾ ਟ੍ਰੈਂਡ ਸੀਗਾ ਭਾਰਤ ਪੱਖੀ ਹੋਇਆ, ਉਹਨਾਂ ਵੱਲੋਂ ਭਾਰਤ ਪੱਖੀ ਬਿਆਨ ਦੇਣੇ, ਭਾਰਤ ਜਾਣਾ, ਉੱਥੇ ਮੁਲਾਕਾਤਾਂ ਕਰਨੀਆਂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਲੈਟਰ ਦੇ ਵਿੱਚ ਸਿਫਤਾਂ ਕਰਨੀਆਂ, ਇਹੋ ਜਿਹੀਆਂ ਗੱਲਾਂ ਜਿਹੜੇ ਸ਼ੰਕੇ ਇੰਨੇ ਪੈਦਾ ਕਰ ਦਿੰਦੇ ਹੈਗੇ ਆ ਕਿ ਜਿੱਦਾਂ ਇੱਕ ਨਵੇਂ ਤੋਂ ਨਵਾਂ ਸ਼ੰਕਾ ਪੈਦਾ ਹੋ ਗਿਆ ਕਿ ਆਖਰਕਾਰ ਇਹ ਗੱਲ ਕਿੱਧਰ ਨੂੰ ਜਾ ਰਹੀ ਸੀ। ਉਹ ਕਿਸੇ ਇੱਕ ਧਿਰ ਦੇ ਨਾਲ ਖੜੇ ਹੈਗੇ ਸੀ, ਸਿੱਖ ਕੌਮ ਨਾਲ ਖੜੇ ਹੋਏ ਸੀ, ਉਹ ਵੀ ਕੋਈ ਸਪਸ਼ਟ ਤੌਰ ਤੇ ਅਸੀਂ ਕਹਿ ਨਹੀਂ ਸਕਦੇ। ਇਹ ਜਿਹੜਾ ਕਨਿਸ਼ਕ ਕਾਂਡ ਸੀ, ਉਹਦੇ ਨਾਲ ਜੁੜੇ ਹੋਏ ਕਰੈਕਟਰ ਸੀ, ਜਿੱਦਾਂ ਇੱਕ ਇੱਕ ਕਰਕੇ ਜਾ ਰਹੇ ਹੈਗੇ ਆ ਤਾਂ ਉਹਨਾਂ ਦੇ ਸਬੂਤ ਵੀ ਨਹੀਂ ਲੱਭੇ ਅਜੇ ਤੱਕ। ਉਦੋਂ ਹੀ ਸ਼ੰਕੇ ਖੜੇ ਕਰਦਾ ਸੀਗਾ ਕਨਿਸ਼ਕ ਕਾਂਡ, ਅੱਜ ਵੀ ਸ਼ੰਕੇ ਖੜੇ ਕਰਦਾ। ਟੀਵੀ 84 ਇੰਡੀਆ ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ ਸਮਰਾਟ। ਦੋਸਤੋ, ਇਸ ਤਰ੍ਹਾਂ ਦੇ ਤਮਾਮ ਮਸਲਿਆਂ ਨੂੰ ਲੈ ਕੇ ਤੁਹਾਡੇ ਸਨਮੁਖ ਹੁੰਦਾ ਹਾਂ, ਜਿਹੜੇ ਪੰਜਾਬ ਅਤੇ ਪੰਥ ਦੇ ਨਾਲ ਜੁੜੇ ਹੁੰਦੇ ਨੇ। ਰਪੁਦਮਨ ਸਿੰਘ ਮਲਕ ਦਾ ਪਿਛਲੇ ਦਿਨੀ ਕੈਨੇਡਾ ਦੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ। ਰਪੁਦਮਨ ਸਿੰਘ ਮਲਕ ਜਿਹੜੇ ਨੇ, ਉਹ ਕਿਸ ਤਰ੍ਹਾਂ ਦੀ ਸ਼ਖਸੀਅਤ ਸੀ, ਕਿ ਉਹ 1985 ਦੇ ਵਿੱਚ ਉਹਨਾਂ ਨੇ ਕਿਸ ਤਰ੍ਹਾਂ ਦੀ ਭੂਮਿਕਾ ਨਿਭਾਈ ਸੀ, ਉਹਨਾਂ ਦਾ ਕਿਹੜੀਆਂ ਧਿਰਾਂ ਦੇ ਵੱਲੋਂ ਕਤਲ ਕਰ ਦਿੱਤਾ ਜਾਂਦਾ ਹੈ। ਤਾਂ ਮੌਜੂਦਾ ਸਮੇਂ ਦੇ ਵਿੱਚ ਵੱਡੀ ਗੱਲ ਹੋ ਰਿਹਾ ਹੈ ਕਿ ਜਿਹੜੀਆਂ ਭਾਰਤ ਦੀਆਂ ਅਖਬਾਰਾਂ ਨੇ, ਤਾਂ ਉਹਨਾਂ ਦੇ ਵੱਲੋਂ ਜਿਹੜਾ ਹੈ ਇੱਕ ਖਾਸ ਜਿਹੜੀ ਧਿਰ ਹੈ ਉਸ ਨੂੰ ਕਟਹਿਰੇ ਦੇ ਵਿੱਚ ਖੜਾ ਕੀਤਾ ਜਾ ਰਿਹਾ ਹੈ। ਰਪੁਦਮਨ ਸਿੰਘ ਮਲਕ ਨੂੰ ਲੈ ਕੇ ਇਸੇ ਵਿਸ਼ੇ ਦੇ ਉੱਪਰ ਗੱਲਬਾਤ ਕਰਾਂਗੇ, ਔਰ ਤਮਾਮ ਜਿਹੜੇ ਸਵਾਲ ਨੇ ਉਹਨਾਂ ਦੀ ਜਿਹੜੀ ਇੱਕ ਤਰ੍ਹਾਂ ਦੇ ਨਾਲ ਪੂਰੀ ਵਿਸਥਾਰ ਸਹਿਤ ਜਾਣਕਾਰੀ ਲਵਾਂਗੇ। ਸਾਡੇ ਨਾਲ ਕੈਨੇਡਾ ਦੀ ਧਰਤੀ ਤੋਂ ਗੁਰਮੁਖ ਸਿੰਘ ਬਾਰੀਆ ਜੁੜੇ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਬਾਰੀਆ ਸਾਹਿਬ, ਸਭ ਤੋਂ ਪਹਿਲਾਂ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਰੀਆ ਸਾਹਿਬ, ਸਭ ਤੋਂ ਪਹਿਲਾਂ ਵੱਡਾ ਸਵਾਲ ਇਹ ਹੈ, ਰਪੁਦਮਨ ਸਿੰਘ ਮਲਕ ਦੀ ਗੱਲ ਕਰੀਏ, ਲੰਮੇ ਸਮੇਂ ਤੋਂ ਕੈਨੇਡਾ ਦੀ ਧਰਤੀ ਤੇ ਰਹਿ ਰਹੇ ਸੀ, ਤਾਂ ਉਹਨਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦੇਣਾ, ਸਭ ਤੋਂ ਪਹਿਲਾਂ ਵੱਡਾ ਸਵਾਲ ਇਹ ਹੈ ਕਿ ਕਾਰਨ ਕੀ ਮੰਨਦੇ ਹੋ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਗੋਲੀਆਂ ਮਾਰੀਆਂ ਜਾਣੀਆਂ, ਉਹਨਾਂ ਦਾ ਕਤਲ ਹੋ ਜਾਣਾ ਇੱਕ ਉਸ ਦੇਸ਼ ਦੇ ਵਿੱਚ, ਜਿਹੜੇ ਦੇਸ਼ ਨੂੰ ਬੜਾ ਇੱਕ ਪੀਸਫੁਲੀ ਦੇਸ਼ ਮੰਨਿਆ ਜਾਂਦਾ ਹੈ? ਜੀ ਸਭਰਾਜ ਸਾਹਿਬ, ਇੱਕ ਬੜਾ ਅਹਿਮ ਮੁੱਦਾ ਹੈਗਾ ਆ। ਤੁਸੀਂ ਮੈਨੂੰ ਸਵਾਲ ਕੀਤਾ ਕਿ ਕਾਰਨ ਕੀ ਹੋ ਸਕਦੇ ਆ। ਇਹ ਬੜਾ ਰਹੱਸਮਈ ਅਤੇ ਗੰਭੀਰ ਤੇ ਡੀਪ ਇੱਕ ਆਪਾਂ ਕਹਿ ਸਕਦੇ ਇੱਕ ਇਨਵੈਸਟੀਗੇਸ਼ਨ ਦਾ ਮੁੱਦਾ ਹੈਗਾ ਆ। ਕਾਰਨ ਅਸੀਂ ਉਪਰੀ ਤੌਰ ਤੇ ਇੰਨੇ ਨਹੀਂ ਦੱਸ ਸਕਦੇ ਜੇ ਆਪਾਂ ਐਜ ਏ ਪੱਤਰਕਾਰ ਗੱਲ ਕਰੀਏ, ਲੇਕਿਨ ਕੁਛ ਇੱਕ ਜਿਹੜੇ ਸੰਕੇਤ ਹੈਗੇ ਆ ਉਹ ਤੁਹਾਡੇ ਨਾਲ ਮੈਂ ਸਾਂਝੇ ਕਰੂੰਗਾ। ਰਪੁਦਮਨ ਸਿੰਘ ਮਲਕ ਹੁਣਾਂ ਦਾ ਕਤਲ ਹੋਇਆ 2-3 ਦਿਨ ਪਹਿਲਾਂ, 14 ਜੁਲਾਈ ਨੂੰ। ਉਹ ਆਪਣੇ ਬਿਜ਼ਨਸ ਦੇ ਉੱਪਰ, ਜਿੱਥੇ ਉਹਨਾਂ ਦਾ ਕੱਪੜੇ ਦੀ ਦੁਕਾਨ ਸੀ, ਵੱਡੀ ਸ਼ੋਰੂਮ ਸੀਗਾ, ਉੱਥੇ ਜਾ ਰਹੇ ਸੀ ਤੇ ਕਾਰ ਦੇ ਵਿੱਚ ਉਹਨਾਂ ਨੂੰ ਗੋਲੀਆਂ ਮਾਰੀਆਂ ਗਈਆਂ। ਇਹ ਕਤਲ ਦਿਨ ਦਿਹਾੜੇ ਹੋਇਆ, ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਲੇਕਿਨ ਜਿਹੜੇ ਕਾਰਨ ਦੀ ਗੱਲ ਕੀਤੀ ਆ, ਇਸ ਜਿਹੜਾ ਕਤਲ ਹੈਗਾ ਉਹਨੂੰ ਦੋ ਪੱਖਾਂ ਤੋਂ ਦੇਖਿਆ ਜਾ ਸਕਦਾ। ਦੋ ਪੱਖ ਕਿਹੜੇ ਹੈਗੇ ਆ? ਇੱਕ ਪੱਖ ਮੈਂ ਉਹ ਪੇਸ਼ ਕਰਨਾ ਚਾਹੂੰਗਾ ਜਿਹੜਾ ਇੱਕ ਸਿਨੈਰੀਓ ਪੈਦਾ ਕਰਨ ਦਾ ਯਤਨ ਕੀਤਾ ਜਾ ਰਿਹਾ ਆ। ਇੱਕ ਮੈਂ ਕਹਾਂ ਕਿ ਆਈਡੀਏ ਨੂੰ ਪ੍ਰਚਲਿਤ ਕੀਤਾ ਜਾ ਰਿਹਾ। ਇੱਕ ਸਿੱਧੇ ਤੇ ਸਪਸ਼ਟ ਤੌਰ ਤੇ ਮੈਂ ਗੱਲ ਕਰਾਂ ਕਿ ਰਪੁਦਮਨ ਸਿੰਘ ਮਲਕ ਉਹਨਾਂ ਦੇ ਅਖੀਰਲੇ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਉਹਨਾਂ ਦੇ ਵਿੱਚ ਭਾਰਤ ਵਿੱਚ ਉਹਨਾਂ ਦੀਆਂ ਫੇਰੀਆਂ ਹੋਈਆਂ। ਭਾਰਤ ਸਰਕਾਰ ਨੇ ਉਹਨਾਂ ਨੂੰ ਅਲਾਉ ਕੀਤਾ। ਲੰਬੇ ਸਮੇਂ ਤੋਂ ਉਹ ਬੈਨ ਸੀਗੇ। ਉਹਦੇ ਦਰਮਿਆਨ ਹੀ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣਾਂ ਦੀ ਸਿਫਤ ਵਿੱਚ ਕੁਝ ਪੱਤਰ ਲਿਖੇ ਸੀ, ਜਿਹੜੇ ਮੀਡੀਆ ਦੇ ਵਿੱਚ ਵੀ ਚੱਲ ਰਹੇ ਹੈਗੇ ਟ੍ਰਾਇਲ। ਸੋ ਇੱਕ ਜਿਹੜਾ ਧਿਰ ਹੈਗੀ ਆ, ਖਾਸ ਕਰਕੇ ਮੈਂ ਭਾਰਤ ਦਾ ਜਿਹੜਾ ਮੀਡੀਆ ਟ੍ਰਾਇਲ ਚੱਲ ਰਿਹਾ ਤੇ ਭਾਰਤ ਦੀਆਂ ਕੁਝ ਧਿਰਾਂ ਹੈਗੀਆਂ ਨੇ ਪ੍ਰੋ ਇੰਡੀਅਨ ਜਿਹੜੀਆਂ ਕਨਸਟੀਟਿਊਸ਼ਨ ਹੈਗੀਆਂ, ਉਹ ਇਹ ਗਲਤ ਵਿੱਚ ਲਗਾਤਾਰ ਲੱਗੀਆਂ ਹੋਈਆਂ ਕਿ ਜਿਹੜਾ ਰਪੁਦਮਨ ਸਿੰਘ ਮਲਕ ਹੁਣਾਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣਾਂ ਦੀ ਸਿਫਤ ਕਰਨਾ ਤੇ ਭਾਰਤ ਦੇ ਪ੍ਰਤੀ ਇੱਕ ਝੁਕਾਅ ਰੱਖਣਾ ਹੀ ਉਹਨਾਂ ਦਾ ਕਾਰਨ ਹੈਗਾ। ਤੁਸੀਂ ਵੱਡੀਆਂ ਸੁਰਖੀਆਂ ਅਖਬਾਰਾਂ ਦਾ ਵੀ ਦੇਖ ਸਕਦੇ ਹੋ, ਅੰਗਰੇਜ਼ੀ ਟ੍ਰਿਬਿਊਨ, ਇੰਡੀਅਨ ਐਕਸਪ੍ਰੈਸ, ਬਹੁਤ ਸਾਰੀਆਂ ਵੱਡੀਆਂ ਅਖਬਾਰਾਂ ਨੇ ਸੁਰਖੀਆਂ ਲਾਈਆਂ ਹੈਗੀਆਂ। ਮੀਡੀਆ ਟ੍ਰਾਇਲ ਚੱਲ ਰਹੇ ਆ, ਜਿਹੜੇ ਨੈਸ਼ਨਲ ਮੀਡੀਆ ਚੈਨਲ ਹੈਗੇ ਆ ਇੰਡੀਆ ਦੇ। ਸੋ ਉਹ ਇੱਕ ਟ੍ਰਾਇਲ ਚਲਾ ਕੇ ਇਸ ਗੱਲ ਨੂੰ ਇੱਕ ਜਨਰੇਟ ਕੀਤਾ ਜਾ ਰਿਹਾ
ਹਾਲਾਂਕਿ ਇਹ ਵਿਸ਼ਾ ਇਨਵੈਸਟੀਗੇਸ਼ਨ ਦਾ ਹੈ, ਮੈਂ ਵੀ ਆਪਣੀ ਤਰਫੋਂ ਕੁਝ ਨਹੀਂ ਕਹਿ ਸਕਦਾ, ਲੇਕਿਨ ਇਸ ਗੱਲ ਨੂੰ ਪ੍ਰਚਲਿਤ ਕੀਤਾ ਜਾ ਰਿਹਾ, ਜਿਹੜੀਆਂ ਗੱਲਾਂ ਚੱਲ ਰਹੀਆਂ ਹੈਗੀਆਂ ਉਹ ਮੈਂ ਤੁਹਾਨੂੰ ਦੱਸ ਰਿਹਾ ਹੈਗਾ ਆ ਕਿ ਇਸ ਗੱਲ ਨੂੰ ਇੱਕ ਸਿਨੈਰੀਓ ਬਣਾਇਆ ਜਾ ਰਿਹਾ ਹੈਗਾ ਕਿ ਇਸ ਕਾਰਨ ਕਤਲ ਕੀਤਾ ਜਾ ਰਿਹਾ। ਪਹਿਲਾਂ ਤਾਂ ਮੈਂ ਤੁਹਾਡੇ ਨਾਲ ਗੱਲ ਕਰੂੰਗਾ ਸੰਖੇਪ 'ਚ, ਭਾਵੇਂ ਇਹੀ ਕਾਰਨ ਹੋਵੇ, ਭਾਵੇਂ ਵਿਚਾਰਧਾਰਕ ਮਤਭੇਦ ਹੋਣ, ਮੋਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਦੇ ਹਜ਼ਾਰਾਂ ਸਮਰਥਕ ਇੱਥੇ ਕੈਨੇਡਾ ਵਿੱਚ ਹੋ ਸਕਦੇ ਆ। ਜੇ ਉਹ ਸਿੱਖ ਵੀ ਨੇ ਤੇ ਉਹ ਪ੍ਰਧਾਨ ਮੰਤਰੀ ਦੀ ਸਿਫਤ ਕਰਦੇ ਆ ਜਾਂ ਸਿਫਤ ਸਲਾਹ ਕਰਦੇ ਹੈਗੇ ਆ, ਤਾਂ ਉਹਦੇ ਵਿੱਚ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਜੇ ਕੋਈ ਪ੍ਰਧਾਨ ਮੰਤਰੀ ਲੋਕਤੰਤਰ ਨਰਿੰਦਰ ਹੈ, ਮੋਦੀ ਬੰਦਾ ਹੋਣਾ ਆਪਣੇ ਦਾ ਖਿਆਲਾਤ ਦਾ ਪ੍ਰਗਟਾਵਾ ਕਰ ਸਕਦਾ ਹੈ, ਲੋਕਤੰਤਰ ਹੈ। ਕਰ ਸਕਦਾ ਹੈਗਾ, ਬਿਲਕੁਲ ਹਾਂਜੀ। ਸੋ ਅਸੀਂ ਇਨੀਸ਼ੀਅਲੀ ਮੈਂ ਬਿਲਕੁਲ ਇਸ ਚੀਜ਼ ਨੂੰ, ਜਿਹੜਾ ਕਤਲ ਨੂੰ, ਕਿਸੇ ਵੀ ਹਾਲਤਾਂ ਦੇ ਵਿੱਚ ਇਦਾਂ ਦੇ ਕਤਲ ਨੂੰ ਅਸੀਂ ਕੰਡੈਮ ਕਰਦੇ ਹੈਗੇ ਆ। ਭਾਰਤ ਦਾ ਜਿਹੜਾ ਕੈਨੇਡਾ ਦਾ ਜਿਹੜਾ ਕਾਨੂੰਨ ਵਿਵਸਥਾ ਹੈਗੀ ਆ, ਜਾਂ ਕੈਨੇਡਾ ਦੀ ਜਿਹੜੀ ਇੱਕ ਚਾਰਟਰ ਹੈਗਾ ਆ, ਉਹਦੇ ਅਕੋਰਡਿੰਗਲੀ ਐਜ਼ ਏ ਜਰਨਲਿਸਟ ਵੀ ਮੈਂ ਇਸ ਕਤਲ ਦੀ ਜਿਹੜੀ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਕੰਡੈਮ ਕਰਦੇ ਹਾਂ ਇਨਸਾਨੀਅਤ ਦੇ ਨਾਤੇ। ਦੂਜੇ ਪਾਸੇ ਜੇ ਮੈਂ ਗੱਲ ਕਰਾਂ ਕਿ ਕੁਛ ਕਾਰਨ ਹੈਗੇ ਆ ਜਿਹੜੇ ਦੂਜੇ ਪਾਸੇ ਵੀ ਦੇਖਣੇ ਬਣਦੇ ਆ। ਇੱਕ ਤੁਹਾਡੇ ਨਾਲ ਸ਼ੇਅਰ ਕੀਤਾ ਕਿ ਆਖਰਕਾਰ ਇੱਕ ਵੱਡਾ ਕਾਂਡ ਜਿਹੜਾ ਅੱਗੇ ਜਾ ਕੇ ਆਪਾਂ ਡਿਸਕਸ ਕਰ ਸਕਦੇ ਹਾਂ, ਕਨਿਸ਼ਕ ਕਾਂਡ ਉਹਦੇ ਨਾਲ ਨਾ ਜੁੜਿਆ ਹੋਣਾ, ਹਾਲਾਂਕਿ ਉਹਦੇ ਵਿੱਚ ਉਹ ਬਰੀ ਹੋ ਗਏ ਸੀਗੇ, ਲੇਕਿਨ ਇੱਥੋਂ ਬਰੀ ਹੋਏ ਸੀ ਭਾਰਤ ਸਰਕਾਰ ਦੇ ਮੀਡੀਆ ਟ੍ਰਾਇਲ ਦੇ ਵਿੱਚੋਂ। ਭਾਰਤ ਸਰਕਾਰ ਦੇ ਕਾਉਂਸਲੇਟ ਹੈਗੇ ਆ, ਜਿੰਨੀਆਂ ਭਾਰਤ ਦੀਆਂ ਪ੍ਰਤੀਨਿਧ ਏਜੰਸੀਆਂ ਹੈਗੀਆਂ ਸੀ, ਉਹਨਾਂ ਨੇ ਕਦੇ ਵੀ ਵਾਰੀਆ ਸਾਹਿਬ ਸਭ ਤੋਂ ਪਹਿਲਾਂ ਇਹ ਦੱਸ ਦਿਓ ਕਿ ਜਿਹੜਾ 1985 ਵਾਲੇ ਕਾਂਡ ਦੀ ਗੱਲ ਕਰਦੇ ਆ, ਜਿਹਨੂੰ ਲੈ ਕੇ ਭਾਰਤ ਸਰਕਾਰ ਵੱਲੋਂ ਉਹਨਾਂ ਨੂੰ ਲੰਮਾ ਸਮਾਂ ਭਾਰਤ ਦੇ ਵਿੱਚ ਦਾਖਲ ਹੋਣ ਤੇ ਪਾਬੰਦ ਕੀਤਾ ਗਿਆ, ਰੋਕ ਲਗਾਈ ਗਈ, ਉਹ ਅਸਲ ਦੇ ਵਿੱਚ ਪੂਰਾ ਘਟਨਾਕ੍ਰਮ ਹੈ ਕੀ ਸੀਗਾ? ਦੇਖੋ, ਇਹ ਇੱਕ ਬੜੀ ਮੰਦਭਾਗੀ ਘਟਨਾ ਵਾਪਰੀ ਸੀ। 23 ਜੂਨ 1985 ਨੂੰ ਇੱਕ ਇੰਡੀਆ ਦਾ 1822 ਫਲਾਈਟ ਕਨਿਸ਼ਕ ਪਲਾਨ ਦਾ ਨਾਂ ਸੀਗਾ, ਕਨਿਸ਼ਕ ਉਡਾਨ, ਹਾਂਜੀ, ਕਨਿਸ਼ਕ ਏਅਰ, ਉਸ ਉਡਾਨ ਦਾ ਨਾਂ ਸੀਗਾ, ਰੱਖਿਆ ਗਿਆ ਭਾਰਤ ਵੱਲੋਂ। ਉਹ 22 ਜੂਨ ਤੋਂ ਉੱਡੀ ਸੀ ਵੈਂਕੂਵਰ ਤੋਂ ਕਰੈਕਟਡ ਫਲਾਈਟ ਰਾਹੀਂ। ਟੋਰਾਂਟੋ ਤੋਂ ਮੇਨ ਪਲੇਨ ਜਿਹੜਾ ਸੀਗਾ ਉੱਡਿਆ ਸੀਗਾ, ਮੌਂਟਰੀਅਲ ਸਟੇ ਕਰਕੇ ਅੱਗੇ ਆਇਰਲੈਂਡ ਦੇ ਓਸ਼ੀਅਨ ਦੇ ਉੱਪਰ ਬਲਾਸਟ ਹੋਏ ਤੇ ਉਹ ਜਹਾਜ਼ ਦੇ ਵਿੱਚ 321 ਪਲੱਸ 307 ਪਲੱਸ ਹੋਰ ਜਿਹੜੇ ਕ੍ਰਿਊ ਮੈਂਬਰ ਸੀਗੇ, ਟੋਟਲ 329 ਦੇ ਕਰੀਬ ਜਿਹੜੇ ਸਾਰੇ ਦੇ ਸਾਰੇ ਲੋਕ ਉਹ ਮਾਰੇ ਗਏ ਸੀਗੇ। ਉਹਦੇ ਵਿੱਚ 180 ਦੇ ਕਰੀਬ ਜਿਹੜੇ ਸੀਗੇ ਕੈਨੇਡੀਅਨ ਸਿਟੀਜ਼ਨ ਸੀਗੇ, ਕੁਝ ਬਹੁਤ ਸਾਰੇ ਹੋਰ ਸਿਟੀਜ਼ਨ ਸੀਗੇ ਜਿਹੜੇ ਮਾਰੇ ਗਏ, ਜ਼ਿਆਦਾਤਰ ਕੈਨੇਡੀਅਨ ਸਿਟੀਜ਼ਨ ਸੀਗੇ। ਸੋ ਇੱਕ ਬੜਾ ਦਰਦਨਾਕ ਹਿਰਦੇ ਵਿੱਚ ਘਟਨਾ ਸੀਗੀ ਮਾਨਵਤਾ ਦੇ ਪੱਖੋਂ। ਜੇ ਅਸੀਂ ਸਿੱਖੀਜ਼ਮ ਦੇ ਵਿਊ ਤੋਂ ਵੇਖੀਏ, ਆਪਣੇ ਸਾਡੇ ਸਰਬੱਤ ਦੇ ਭਲੇ ਦੀ ਗੱਲ ਹੁੰਦੀ ਆ, ਤੇ ਹਮੇਸ਼ਾ ਹੀ ਸਿੱਖ ਕੌਮ ਇਹੋ ਜਿਹੀਆਂ ਘਿਨਾਉਣੀਆਂ ਕਾਰਵਾਈਆਂ ਦਾ ਨਾ ਤਾਂ ਕਦੀ ਸੋਚਦੀ ਆ ਤੇ ਨਾ ਹੀ ਕਦੀ ਹਿੱਸਾ ਬਣੀ ਹੈਗੀ ਆ। ਸੋ ਉਸ ਪੱਖੋਂ ਬਿਲਕੁਲ ਕੰਡੈਮ ਕੀਤਾ ਜਾਂਦਾ। ਲੇਕਿਨ ਆਖਰਕਾਰ ਮੈਂ ਇਹ ਕਹਾਂਗਾ ਕਿ ਜਿਹੜੇ ਕਰੈਕਟਰ ਚੁਣੇ ਗਏ, ਜਿਨ੍ਹਾਂ ਦੇ ਉੱਪਰ ਟ੍ਰਾਇਲ ਚੱਲੇ, ਜਾਂ ਜਿਨ੍ਹਾਂ ਨੂੰ ਭਾਰਤ ਦਾ ਜਿਹੜਾ ਮੀਡੀਆ ਟ੍ਰਾਇਲ ਸੀਗਾ ਉਸ ਸਮੇਂ ਦਾ, ਜਾਂ ਜਿਹੜੀਆਂ ਪ੍ਰਤੀਨਿਧ ਧਿਰਾਂ ਸੀਗੀਆਂ, ਉਹਨਾਂ ਨੇ ਜਿਨ੍ਹਾਂ ਕਰੈਕਟਰਾਂ ਨੂੰ ਵਿੱਚ ਰੱਖਿਆ, ਉਹ ਕਰੈਕਟਰਾਂ ਦੇ ਬਹਾਵ ਤੇ ਸਿੱਖ ਕੌਮ ਦੇ ਉੱਪਰ ਇਸ ਜਿਹੜਾ ਇਹ ਘਿਨਾਉਣਾ ਕਾਂਡ ਸੀਗਾ ਉਹਨੂੰ ਮੜਿਆ ਗਿਆ। ਸੋ ਉਹ ਸਿਰਫ ਤੇ ਸਿਰਫ ਮੈਂ ਇੰਨਾ ਦੱਸਣਾ ਚਾਹੁੰਦਾ ਸੀਗਾ। ਸੰਖੇਪ ਚ ਆਪਾਂ ਦੱਸਾਂਗੇ। ਹੁਣ ਆਪਾਂ ਇਹਨਾਂ ਦੀ ਗੱਲ ਕਰਾਂਗੇ, ਰੁਪਿੰਦਰ ਸਿੰਘ ਮਲਕ ਹੋਣਾ ਦਾ ਇਹਨਾਂ ਦਾ ਨਾਲ ਕਿੱਦਾਂ ਜੁੜਿਆ ਹੈਗਾ। ਇਹਨਾਂ ਦੇ ਨਾਲ ਜੁੜਿਆ ਜਾ ਕੇ 2001 ਦੇ ਤੱਕ ਜਾ ਕੇ, ਜੇ ਮੈਂ ਕਹਾਂ, ਇਹਨਾਂ ਦਾ ਨਾਂ ਆਇਆ ਤੱਕ ਨਹੀਂ ਹੈਗਾ। ਉਸ ਤੋਂ ਇਨਵੈਸਟੀਗੇਸ਼ਨ ਏਜੰਸੀਆਂ ਉਦੋਂ ਤੋਂ ਹੀ ਜਾਂਚ ਕਰ ਰਹੀਆਂ ਸੀਗੀਆਂ, ਬਹੁਤ ਸਾਰੇ ਟ੍ਰਾਇਲ ਚੱਲੇ। ਇੰਦਰਜੀਤ ਸਿੰਘ ਰਿਆਤ ਇੱਕ ਇੰਗਲੈਂਡ ਦੇ ਨਾਗਰਿਕ ਹੈਗੇ ਸੀਗੇ, ਉਹਨਾਂ ਨੂੰ ਕੇਵਲ ਤੇ ਕੇਵਲ ਇਹਦੇ ਸਜ਼ਾ ਹੋਈ ਆ, ਉਹ ਵੀ ਸਮੱਗਰੀ ਰੱਖਣ ਦੀ, ਵਿਸਫੋਟਕ ਸਮੱਗਰੀ ਖਰੀਦਣ ਦੀ। ਉਹਦਾ ਕੋਈ ਕਨੈਕਸ਼ਨ ਏਅਰ ਇੰਡੀਆ ਦੀ ਜਿਹੜੀ ਫਲਾਈਟ ਕ੍ਰੈਸ਼ ਹੋਈ ਸੀ ਉਹਦੇ ਨਾਲ ਕੋਈ ਨਹੀਂ ਜੁੜ ਸਕਿਆ। ਇਹ ਗੱਲ ਮਲਿਕ ਦਾ ਕੀ ਸੰਬੰਧ ਸੀਗਾ ਇਹਦੇ ਨਾਲ? ਮਲਿਕ ਹੋਣਾ ਦੀ ਜਿਹੜੀ ਗੱਲ ਸੀਗੀ, ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸ਼ੱਕ ਦੇ ਬਿਹਾਵ ਦੇ ਉੱਪਰ, ਕੋਈ ਬਿਨਾਂ ਇਸ ਗੱਲ ਦਾ ਸਬੂਤ ਨਹੀਂ ਸੀਗਾ। ਸ਼ੱਕ ਦੇ ਬਿਹਾਵ ਦੇ ਉੱਪਰ ਗ੍ਰਿਫਤਾਰ ਕੀਤਾ ਗਿਆ ਸੀ। 5 ਸਾਲ ਉਹ ਰਹੇ ਅੰਦਰ ਜਦੋਂ ਤੱਕ ਟ੍ਰਾਇਲ ਚੱਲਦਾ ਰਿਹਾ ਆ। ਲੇਕਿਨ 2005 ਦੇ ਵਿੱਚ ਉਹਨਾਂ ਨੂੰ ਇਸ ਕੇਸ ਦੇ ਵਿੱਚੋਂ ਬਰੀ ਕਰ ਦਿੱਤਾ ਗਿਆ ਸੀਗਾ। ਕੋਈ ਸਬੂਤ, ਜੱਜ ਦਾ ਜਿਹੜਾ ਵਰਡਿਕਟ ਸੀਗਾ ਉਹ ਇਹ ਸੀਗਾ ਕਿ ਸਬੂਤਾਂ ਦੀ ਘਾਟ ਕਾਰਨ ਰੁਪਿੰਦਰ ਸਿੰਘ ਮਲਕ ਇਕੱਲੇ ਨਹੀਂ ਹੋਏ, ਹੋਰ ਵੀ ਬਹੁਤ ਸਾਰੇ
ਉਹਦੇ ਚ ਬਾਗੜੀ ਸੀਗੇ, ਕੁਝ ਕੇਸ ਹੂੰ। ਹੋਰ ਸੀਗੇ ਜਿਹੜੇ ਫੜੇ ਸੀਗੇ, ਉਹ ਸਾਰੇ ਹੀ ਵਿਅਕਤੀ ਇਹਦੇ ਵਿੱਚੋਂ ਬਰੀ ਹੋਏ। ਸਿਰਫ ਇੱਕ ਵਿਅਕਤੀ ਨੂੰ ਇਹਦੇ ਵਿੱਚ ਸਜ਼ਾ ਹੋਈ ਆ ਜੀ। ਜੀ। ਜਿਹੜੇ ਦੋਸ਼ੀਆਂ ਦੀ ਜਿਹੜੇ ਲੋਕਾਂ ਦੀ ਅਰੈਸਟ ਪਾਈ ਜਾਂਦੀ ਹੈ, ਉਹ ਕਿਹੜੀਆਂ ਏਜੰਸੀਆਂ ਦੇ ਤਹਿਤ ਪਾਈ ਜਾਂਦੀ ਹੈ? ਉਹ ਭਾਰਤ ਦੀਆਂ ਏਜੰਸੀਆਂ ਸੀ ਜਾਂ ਕੈਨੇਡਾ ਦੀਆਂ ਸੀ ਜਾਂ ਹੋਰ ਕਿਸੇ ਦੇਸ਼ ਦੀਆਂ ਸੀ? ਇਹਦੇ ਵਿੱਚ ਮੈਂ ਤੁਹਾਨੂੰ ਮੁੱਖ ਤੌਰ ਤੇ ਦੱਸਣਾ ਚਾਹੂੰਗਾ ਕਿ ਇੱਕ ਜ਼ਿਆਦਾਤਰ ਜਿਹੜੀ ਅਰੈਸਟ ਪਾਈ ਗਈ ਆ ਉਹ ਕੈਨੇਡਾ ਦੀਆਂ ਜਿਹੜੀਆਂ ਇਨਵੈਸਟੀਗੇਟ ਏਜੰਸੀਆਂ ਨੇ। ਇੰਦਰਜੀਤ ਜਿਹੜੇ ਰਿਆਤ ਹੈਗੇ ਸੀਗੇ, ਜਿਹੜੇ ਇੰਗਲੈਂਡ ਦੇ ਨਾਗਰਿਕ ਸੀ, ਉਹਨਾਂ ਨੂੰ ਉੱਥੋਂ ਮੰਗਾਇਆ ਗਿਆ ਸੀ, ਐਕਸਟ੍ਰੈਡੀਸ਼ਨ ਤਹਿਤ ਮੰਗਾਇਆ ਗਿਆ, ਲਿਆਂਦਾ ਗਿਆ ਸੀਗਾ ਕੈਨੇਡਾ ਦੇ ਵਿੱਚ, ਉਹਨਾਂ ਤੇ ਕੇਸ ਚਲਾਇਆ ਗਿਆ। ਇਸ ਤੋਂ ਇਲਾਵਾ ਜਿਹੜੇ ਲੋਕਲ ਸੀ ਗੁਰਬਦਮਨ ਸਿੰਘ ਮਲਕ, ਉਹ ਵੀ ਕੈਨੇਡੀਅਨ ਏਜੰਸੀ ਨੇ ਗ੍ਰਿਫਤਾਰ ਕੀਤਾ ਸੀਗਾ, ਇਨਵੈਸਟੀਗੇਟ ਕੀਤਾ ਸੀਗਾ। ਇੱਕ ਜਿਹੜਾ ਮੇਜਰ ਨਾਂ ਸੀਗਾ ਤੇ ਤਲਵਿੰਦਰ ਸਿੰਘ ਪਰਮਾਰ ਹੋਣੀ, ਜਿਨ੍ਹਾਂ ਦਾ ਨਾਂ ਆਇਆ, ਜਿਨ੍ਹਾਂ ਦਾ ਵੀ ਸਬੂਤਾਂ ਦੀ ਘਾਟ ਕਾਰਨ ਇਨੀਸ਼ੀਅਲ ਤੌਰ ਤੇ ਉਹਨਾਂ ਨੂੰ ਬਰੀ ਕਰ ਦਿੱਤਾ ਗਿਆ ਸੀਗਾ। ਮੈਂ ਇਨੀਸ਼ੀਅਲ ਸਟੇਜ ਦੀ ਗੱਲ ਕਰ ਰਿਹਾ। ਸੋ ਇਹ ਨਾਂ ਸੀਗੇ, ਇਹਦੇ ਵਿੱਚੋਂ ਸਾਰੇ ਹੀ ਜਿਹੜਾ ਕੈਨੇਡੀਅਨ ਏਜੰਸੀ ਉਹਨਾਂ ਨੇ ਇਨਵੈਸਟੀਗੇਟ ਕੀਤਾ, ਲੇਕਿਨ ਤਲਵਿੰਦਰ ਪਰਮਾਰ ਹੋਣੀ ਜਿਹੜੇ ਸੀਗੇ ਉਹ ਭਾਰਤ ਸਰਕਾਰ ਦੀ ਕਸਟਡੀ ਦੇ ਵਿੱਚ, ਪੁਲਿਸ ਪੰਜਾਬ ਦੀ ਪੁਲਿਸ ਦੀ ਕਸਟਡੀ ਵਿੱਚ ਗ੍ਰਿਫਤਾਰ ਹੋਏ ਤੇ ਉਹਨਾਂ ਦਾ ਇੱਕ ਖਬਰਾਂ ਮੁਤਾਬਕ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਉਹਨਾਂ ਨੂੰ ਉੱਥੇ ਮਾਰ ਦਿੱਤਾ ਗਿਆ। ਇੱਕ ਬੜੇ ਸਵਾਲ ਖੜੇ ਹੋਏ ਉੱਥੋਂ ਉਸ ਮਤਲਬ ਇੱਕ ਖਬਰਾਂ ਦੇ ਮੁਤਾਬਕ ਕਿ ਐਡੇ ਵੱਡੇ ਨਿਸ਼ਚਿਤ ਕਾਂਡ ਦੇ ਨਾਂ ਆਉਣ ਵਾਲੇ ਵਿਅਕਤੀ ਨੂੰ ਭਾਰਤ ਸਰਕਾਰ ਵੱਲੋਂ ਬਿਨਾਂ ਅੰਤਰਰਾਸ਼ਟਰੀ ਨੋਟਿਸ ਦਿੱਤਿਆਂ ਕੈਨੇਡਾ ਸਰਕਾਰ ਨੂੰ ਉਹਨੂੰ ਕਿਉਂ ਖਤਮ ਕੀਤਾ ਗਿਆ ਉੱਥੇ। ਸੋ ਇਹ ਸਵਾਲ ਖੜੇ ਕਰਦਾ। ਮੈਂ ਇਸ ਘੇਰੇ ਦੇ ਵਿੱਚ ਇੱਕ ਹੀ ਗੱਲ ਕਰੂੰਗਾ। ਹੁਣ ਆਪਾਂ ਅੱਗੇ ਰਬਦਮਨ ਸਿੰਘ ਮਲਕ ਹੋਣਾ ਦੀ ਗੱਲ ਕਰਨੀ ਆ ਕਿ ਰਬਦਮਨ ਸਿੰਘ ਮਲਕ ਹੋਣੀ ਇਸ ਕੇਸ ਵਿੱਚ ਚਾਰਜ ਹੋਏ ਸੀ, ਟ੍ਰਾਇਲ ਚੱਲਿਆ ਸੀ, ਲੇਕਿਨ ਇਸ ਕੇਸ ਵਿੱਚੋਂ ਉਹ ਬਰੀ ਵੀ ਹੋ ਗਏ ਸੀ। ਉਸ ਤੋਂ ਬਾਅਦ ਉਹਨਾਂ ਨੇ ਇਹਦਾ ਹਰਜਾਨਾ ਵੀ ਕੀਤਾ ਸੀਗਾ ਇੰਡੀਆ ਜਿਹੜਾ ਇਨਵੈਸਟੀਗੇਸ਼ਨ ਏਜੰਸੀਆਂ ਹੈਗੀਆਂ ਨੇ ਉਹਨਾਂ ਖਿਲਾਫ, ਲੇਕਿਨ ਕੋਰਟ ਨੇ ਉਹਨਾਂ ਦਾ 2012 ਵਿੱਚ ਇਹ ਹਰਜਾਨਾ ਕਲੇਮ ਜਿਹੜਾ ਸੀਗਾ 12 ਮਿਲੀਅਨ ਦਾ ਉਹ ਰੱਦ ਕਰ ਦਿੱਤਾ ਸੀ ਜੀ, 9 ਮਿਲੀਅਨ ਦਾ ਸੌਰੀ ਜੀ ਜੀ। ਇੱਕ ਹੋਰ ਗੱਲ ਹੈ ਕਿ ਪਿਛਲੇ ਸਮੇਂ ਦੇ ਦਰਮਿਆਨ ਅਸੀਂ ਰਬਦਮਨ ਸਿੰਘ ਮਲਕ ਦੀ ਗੱਲ ਕਰਦੇ ਹਾਂ ਤਾਂ ਵਿਵਾਦਾਂ ਦੇ ਵਿੱਚ ਰਹੇ ਨੇ, ਗੁਰੂ ਗ੍ਰੰਥ ਸਾਹਿਬ ਦੀ ਛਪਵਾਈ ਨੂੰ ਲੈ ਕੇ ਰਹੇ ਨੇ। ਤਾਂ ਇਹਦਾ ਜਿਹੜਾ ਮੁੱਖ ਕਾਰਨ ਹੈ ਕਿਉਂਕਿ ਇੱਕ ਸਿੱਖ ਚਿਹਰਾ ਸੀ, ਜਿਹੜੀ ਗੁਰਮਤਿ ਸਿਧਾਂਤਾਂ ਦੀ ਉਲੰਘਣਾ ਕੀਤੀ ਜਾਂਦੀ ਹੈ, ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਦੀ ਉਲੰਘਣਾ ਕੀਤੀ ਜਾਂਦੀ ਹੈ, ਤਾਂ ਉਹ ਫਿਰ ਕਿਸੇ ਨੀਤੀ ਤਹਿਤ ਕੀਤੀ ਜਾਂਦੀ ਹੈ। ਉਹਦਾ ਮੁੱਖ ਕਾਰਨ ਤੁਸੀਂ ਕੀ ਮੰਨਦੇ ਹੋ? ਦੇਖੋ, ਇਹ ਇੱਕ ਮੁੱਦਾ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਇੱਥੇ ਲੋਕਲ ਛਪਾਈ ਦਾ ਕੈਨੇਡਾ ਦੇ ਵਿੱਚ। ਇਹ ਰਵਾਇਤ ਹੁਣ ਤੱਕ ਇਹੀ ਆ ਕਿ ਜਿੰਨੀ ਵੀ ਛਪਾਈ ਹੁੰਦੀ ਆ ਉਹ ਸ਼੍ਰੋਮਣੀ ਕਮੇਟੀ ਵੱਲੋਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੇ ਆਥੋਰਾਈਜ਼ ਉੱਥੇ ਜਿਹੜੇ ਪ੍ਰਕਾਸ਼ਨ ਹੈਗੀ ਆ ਉੱਥੋਂ ਹੀ ਹੁੰਦੀ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਪਾਈ। ਕੋਈ ਵੀ ਆਪਣੇ ਤੌਰ ਤੇ ਸ੍ਰੀ ਗੁਰੂ ਮਹਾਰਾਜ ਦੀ ਛਪਾਈ ਨਹੀਂ ਕਰ ਸਕਦਾ। ਲੇਕਿਨ ਇੱਕ ਮੁੱਦਾ ਸੀਗਾ ਕਿ ਕੰਟੇਨਰ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਇਤਰਾਜ਼ਯੋਗ ਹਾਲਤਾਂ ਦੇ ਵਿੱਚ ਮੰਗਾਏ ਗਏ ਸੀਗੇ, ਮਰਿਆਦਾ ਦੇ ਅਕੋਰਡਿੰਗਲੀ ਨਹੀਂ, ਮਰਿਆਦਾ ਨੂੰ ਫਾਲੋ ਨਹੀਂ ਕੀਤਾ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਵਾਰੀ ਨੂੰ ਇੱਥੇ ਲਿਆਉਣ ਦੇ ਲਈ ਬਹੁਤ ਸਾਰੇ ਸਰੂਪ ਮੰਗਾਏ ਗਏ ਸੀਗੇ ਕੰਟੇਨਰ ਦੇ ਵਿੱਚ, ਉਹਨਾਂ ਨੂੰ ਇੱਥੇ ਮਰਿਆਦਾ ਮੁਤਾਬਕ ਨਹੀਂ ਲਿਆਂਦਾ ਗਿਆ। ਇਹ ਮੁੱਦਾ ਬੜੀ ਵੱਡੀ ਪੱਧਰ ਤੇ ਕੈਨੇਡਾ 'ਚ ਉੱਠਿਆ ਸੀ। ਉਸ ਤੋਂ ਬਾਅਦ ਰਬਦਮਨ ਸਿੰਘ ਮਲਕ ਅਤੇ ਥਮਿੰਦਰ ਸਿੰਘ USA ਤੋਂ ਇਹਨਾਂ ਨੇ ਕੁਝ ਏਦਾਂ ਦੇ ਇਨੀਸ਼ੀਏਟਿਵ ਸ਼ੁਰੂ ਕੀਤੇ ਕਿ ਪ੍ਰੈਸ ਲਾਉਣ ਦੀ ਗੱਲ ਕੀਤੀ ਕਿ ਇੱਥੇ ਬਕਾਇਦਾ ਸਾਰੇ ਇਨੀਸ਼ੀਏਟਿਵ ਲੈ ਲਏ ਗਏ ਸੀਗੇ। ਇੱਕ ਪੈਨ ਡਰਾਈਵ ਜਿਹੜੀ ਸੀਗੀ ਸ਼੍ਰੋਮਣੀ ਕਮੇਟੀ ਦੇ ਕਿਸੇ ਬੰਦੇ ਵੱਲੋਂ ਭੇਜਣ ਦੀ ਵੀ ਗੱਲ ਹੋਈ ਸੀਗੀ ਔਰ ਇਹਨਾਂ ਦਾ ਦ੍ਰਿੜ ਜਿਹੜਾ ਇਸ ਤੇ ਗੱਲ ਸੀਗੀ ਕਿ ਅਸੀਂ ਇਹ ਛਪਾਉਣੇ ਹੈਗੇ ਆ ਸਰੂਪ। ਉਹ ਗੱਲਾਂ ਸਾਹਮਣੇ ਆਈਆਂ ਕਿ ਇਹ ਸਰੂਪ ਏਦਾਂ ਆਪਣੇ ਤੌਰ ਤੇ ਕੋਈ ਕਿੱਦਾਂ ਛਪਾ ਸਕਦਾ ਆ। ਇਹ ਮਸਲਾ ਸ਼੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਦੇ ਧਿਆਨ ਦੇ ਵਿੱਚ ਜਦੋਂ ਆਇਆ ਤੇ ਬਹੁਤ ਸਾਰਾ ਵਿਵਾਦ ਖੜਾ ਹੋਣ ਤੋਂ ਬਾਅਦ ਇਹਨਾਂ ਵੱਲੋਂ ਜਿਹੜਾ ਸੀਗਾ ਅਕਾਲ ਤਖ਼ਤ ਸਾਹਿਬ ਵੱਲੋਂ ਇਹਨਾਂ ਨੂੰ ਇੱਕ ਹੁਕਮਨਾਮਾ ਵੀ ਜਾਰੀ ਕੀਤਾ ਗਿਆ ਆਪਣਾ ਪੱਖ ਸਪਸ਼ਟ ਕਰਨ ਵਾਸਤੇ। ਸੋ ਉਸ ਇੱਕ ਵੱਡਾ ਵਿਵਾਦ ਸੀਗਾ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਦਾ ਕਿ ਅਣਅਧਿਕਾਰਤ ਤੌਰ ਤੇ ਕੋਈ ਛਪਾਈ ਕੈਨੇਡਾ ਦੀ ਜਿਹੜੀ ਪ੍ਰੈਸ ਕੋਈ ਵੀ ਲਾ ਕੇ ਕਿੱਦਾਂ ਕਰ ਸਕਦਾ ਹੈਗਾ ਆ। ਸੋ ਇਹ ਨਾਂ ਆਇਆ ਸੀਗਾ ਇਹਦਾ। ਉਸ ਤੋਂ ਬਾਅਦ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਇੱਥੇ ਵਿਜ਼ਿਟ ਕਰਨਾ ਸੀਗਾ ਇਹਨਾਂ ਦੇ ਸੱਦੇ ਤੇ, ਲੇਕਿਨ ਉਹ ਕੁਛ ਸੰਗਤਾਂ ਦੇ ਰੋਸ ਕਰਕੇ ਉਹ ਨਹੀਂ ਆਏ। ਲੇਕਿਨ ਇਹਨਾਂ ਦਾ ਇਹ ਸਟੈਂਡ ਸੀਗਾ ਇਦਾਂ ਦਾ ਕਿ ਸਾਨੂੰ ਛਪਾਈ ਜਿਹੜੀ ਇੱਥੇ ਕਰਨੀ ਚਾਹੀਦੀ ਆ। ਉਹ ਛਪਾਈ ਰਹਿਤ ਮਰਿਆਦਾ ਦੇ ਅਨੁਸਾਰ ਨਹੀਂ ਸੀ। ਸਿੱਖ ਕੌਮ ਜਾਂ ਸਿੱਖ ਚਿੰਤਕ ਇਸ ਗੱਲ ਨੂੰ, ਇਹਨਾਂ ਦੀ ਰਬਦਮਨ ਸਿੰਘ ਮਲਕ ਹੋਣਾ ਦੀ ਗੱਲ ਨੂੰ ਸਿੱਖ ਕੌਮ ਨੂੰ ਢਾਹ ਲਾਉਣ ਵਾਲੀ, ਮਰਿਆਦਾ ਨੂੰ ਢਾਹ ਲਾਉਣ ਵਾਲੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਨੂੰ ਤਾਂ ਨਿਰਾਦਰ ਕਰਨ ਵਾਲੀ ਗੱਲ ਸਮਝਦੇ ਸੀਗੇ ਕਿ ਏਦਾਂ ਛਪਾਈ ਹਰ ਕੋਈ ਆਪਣੇ ਤੌਰ ਤੇ ਕਰਨ ਲੱਗੇਗਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਇੱਕ ਮਾਣ ਮਰਿਆਦਾ ਹੈਗੀ ਆ ਸਾਡੇ ਮਨਾਂ ਦੇ ਵਿੱਚ, ਸਤਿਕਾਰ ਹੈਗਾ, ਉਹ ਨਹੀਂ ਰਹੇਗਾ।
ਇਹ ਵਿਵਾਦ ਉਹਨਾਂ ਨਾਲ ਜੁੜਿਆ ਹੋਇਆ ਸੀ ਜੀ। ਜਿਹੜਾ ਰਪੁਦਮਨ ਮਲਿਕ ਦੀ ਗੱਲ ਕੀਤੀ ਆ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਬੁਲਾਉਂਦੇ ਆ, ਕੁਝ ਕਾਰਨਾਂ ਕਰਕੇ ਜਥੇਦਾਰ ਨਹੀਂ ਜਾ ਸਕਦੇ, ਤਾਂ ਉਹਨਾਂ ਦੇ ਵੱਲੋਂ ਇਸ ਗੱਲ ਨੂੰ ਲੈ ਕੇ ਜਿਹੜਾ ਪੂਰਾ ਘਟਨਾਕ੍ਰਮ ਹੁੰਦਾ ਹੈ, ਖਿਮਾ ਜਾਚਨਾ ਕੀਤੀ ਜਾਂਦੀ ਹੈ, ਕੋਈ ਪਛਤਾਤਾਪ ਕੀਤਾ ਜਾਂਦਾ ਫਿਰ? ਜੀ, ਇਹ ਇਹਨਾਂ ਨੇ ਇੱਕ ਇਹਦੇ ਵਿੱਚ ਸਿਰਫ ਸੰਗਤ ਦੇ ਵਿੱਚ ਇਹ ਗੱਲ ਰਹੀ ਹੈਗੀ ਆ ਕਿ ਉਹ ਪਛਤਾਤਾਪ ਕਰਨਾ ਚਾਹੁੰਦੇ ਹੈਗੇ ਆ, ਜਾਂ ਉਹ ਪੱਤਰ ਲਿਖ ਕੇ ਜਾਣਾ ਚਾਹੁੰਦੇ। ਹਰਿਮੰਦਰ ਸਾਹਿਬ ਗਏ ਵੀ ਹੈਗੇ ਸੀਗੇ ਜੀ ਪਿੱਛੇ ਜੇ, ਲੇਕਿਨ ਉਸ ਦਰਮਿਆਨ ਮੁੱਖ ਤੌਰ ਤੇ ਕੋਈ ਗੱਲ ਏਦਾਂ ਦੀ ਸਾਹਮਣੇ ਨਹੀਂ ਆਈ ਕਿ ਜਿੱਥੋਂ ਆਪਾਂ ਕਹੀਏ ਕਿ ਇਹਨਾਂ ਨੇ ਕੋਈ ਪਛਤਾਤਾਪ ਹੋਇਆ ਆ। ਲੇਕਿਨ ਮਰਿਆਦਾ ਦੇ ਤੌਰ ਤੇ ਜਿੱਦਾਂ ਆਪਾਂ ਕਹਿ ਸਕਦੇ ਅਕਾਲ ਤਖ਼ਤ ਸਾਹਿਬ ਦੇ ਉੱਪਰ ਜਾ ਕੇ ਏਦਾਂ ਦੀ ਗੱਲ ਸਾਹਮਣੇ ਨਹੀਂ ਸੀ ਆਈ। ਪਰ ਮੈਂ ਮੁੱਖ ਤੌਰ ਤੇ ਗੱਲ ਇਹ ਕਰਾਂ ਕਿ ਲੇਕਿਨ ਇਹ ਵਿਵਾਦ ਹੀ ਇੰਨਾ ਵੱਡਾ ਸੀਗਾ ਕਿ ਕੋਈ ਇਸ ਗੱਲ ਦਾ ਸਮਰਥਕ ਕਿੱਦਾਂ ਹੋ ਸਕਦਾ ਕੋਈ ਬੰਦਾ ਕਿ ਕੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਿਪਾਹੀ ਹੈਗੀ ਆ ਉਹ ਆਪਣੇ ਤੌਰ ਤੇ ਕਿਉਂ ਕੀਤੀ ਜਾਵੇ, ਕਿ ਕਿਉਂਕਿ ਇੱਕ ਅਧਿਕਾਰ ਹੈਗਾ, ਇੱਕ ਰਵਾਇਤ ਹੈਗੀ ਜਿਹੜੀ ਪੁਰਾਣੀ, ਉਹਨੂੰ ਤੋੜਨਾ ਆਪਣੇ ਆਪ ਦੇ ਸਿੱਖ ਕੌਮ ਦੇ ਵਿੱਚ ਇਹਨਾਂ ਪ੍ਰਤੀ ਵੱਡਾ ਰੋਸ ਰਿਹਾ ਹੈਗਾ ਆ, ਜਿਹੜਾ ਕਿ ਕਿਸੇ ਹੱਦ ਤੱਕ ਮੈਂ ਵੀ ਜਾਇਜ਼ ਸਮਝਦਾ ਹੈਗਾ ਆ। ਸੋ ਵਿਵਾਦ ਬਹੁਤ ਸਾਰੇ ਉਹਨਾਂ ਦੇ ਨਾਲ ਜੁੜੇ ਹੈਗੇ ਆ, ਜਿਹੜੇ ਸਮੇਂ ਦੇ ਸਮੇਂ ਸ਼ੁਰੂ ਤੋਂ ਲੈ ਕੇ ਹੀ, ਜਦੋਂ ਤੋਂ 1980-70 ਤੋਂ ਇੱਥੇ ਆਏ, ਉਸ ਤੋਂ ਬਾਅਦ ਉਹਨਾਂ ਨੇ ਆਪਣੀ ਖਾਲਸਾ ਕ੍ਰੈਡਿਟ ਯੂਨੀਅਨ ਸ਼ੁਰੂ ਕੀਤੀ। ਉਸ ਤੋਂ ਬਾਅਦ ਉਹਨਾਂ ਨੇ 2 ਸਕੂਲ ਵੀ ਇੱਥੇ ਖੋਲ੍ਹੇ ਆ, ਜ਼ਮੀਨਾਂ ਕੁਛ ਦਾਨ ਕੀਤੀਆਂ ਸੀ ਲੋਕਾਂ ਨੇ ਉਸ ਸਕੂਲ ਦੇ ਲਈ। ਉਹਦੇ ਵਿਵਾਦ ਵੀ ਕੁਛ ਨਾ ਕੁਛ ਜੁੜੇ ਸੀਗੇ ਉਸ ਟਾਈਮ ਦੇ। ਹਰ ਗੱਲ ਦੇ ਨਾਲ ਵਿਵਾਦ ਜਿਹੜਾ ਉਹਦੇ ਨਾਲ ਜੁੜਿਆ ਰਿਹਾ ਉਹਨਾਂ ਦੇ ਨਾਲ। ਹਾਲਾਂਕਿ ਦੋਸ਼ ਸਾਬਤ ਹੋਣਾ ਜਾਂ ਨਾ ਹੋਣਾ ਉਹ ਟ੍ਰਾਇਲ ਦੀ ਗੱਲ ਸੀ, ਉਹ ਉਹਦੇ ਤੇ ਆਪਾਂ ਨਹੀਂ ਜਾਂਦੇ, ਲੇਕਿਨ ਵਿਵਾਦ ਹਰ ਮੁੱਦੇ ਤੇ ਹੀ ਉੱਠਦਾ ਰਿਹਾ ਜੀ। ਜੀ, 1985 ਦੀ ਘਟਨਾ ਦੀ ਗੱਲ ਕੀਤੀ ਹੈ ਤਾਂ ਉਹਦੇ ਜਿਹੜੀ ਪੂਰੀ ਘਟਨਾ ਨੂੰ ਲੈ ਕੇ ਕਿੱਥੇ ਕੈਨੇਡਾ ਦੀਆਂ ਜਾਂਚ ਏਜੰਸੀਆਂ ਦੇ ਵੱਲੋਂ ਕਟਹਿਰੇ ਵਿੱਚ ਖੜਾ ਕੀਤਾ ਜਾਂਦਾ ਹੈ, ਉੱਥੇ ਭਾਰਤ ਸਰਕਾਰ ਵੱਲੋਂ ਬੈਨ ਕਰ ਦਿੱਤਾ ਜਾਂਦਾ ਹੈ। 5 ਸਾਲ ਬਾਅਦ ਜਿਹੜਾ ਕੈਨੇਡਾ ਦੀ ਅਦਾਲਤ ਵਿੱਚੋਂ ਬਰੀ ਹੋ ਜਾਂਦੇ ਨੇ, ਇੱਕ ਤਰ੍ਹਾਂ ਦੇ ਨਾਲ ਨਿਰਦੋਸ਼ ਸਾਬਤ ਹੁੰਦੇ ਨੇ। ਤਾਂ ਉਸ ਤੋਂ ਬਾਅਦ ਜਿਹੜਾ ਭਾਰਤ ਸਰਕਾਰ ਦੇ ਵਿੱਚ ਦਾਖਲੇ ਦੇ ਉੱਪਰ ਪਾਬੰਦੀ ਲਗਾਈ ਜਾਂਦੀ ਹੈ, ਉਹ ਫਿਰ ਪਾਬੰਦੀ ਉਦੋਂ ਹਟਾ ਦਿੱਤੀ ਜਾਂਦੀ ਹੈ ਜਾਂ ਫਿਰ ਕੁਝ ਸਮੇਂ ਬਾਅਦ ਹਟਾਈ ਜਾਂਦੀ ਹੈ? ਨਹੀਂ, ਉਹ ਤੁਹਾਡਾ ਸਵਾਲ ਬੜਾ ਵਾਜਬ ਹੈਗਾ ਕਿ ਜਦੋਂ ਇਹਨਾਂ ਨੂੰ ਕੁਇਟ ਕੀਤਾ ਗਿਆ ਕੇਸਾਂ ਚੋਂ, ਇਹਨਾਂ ਸਮੇਤ ਹੋਰਨਾਂ ਨੂੰ, ਉਦੋਂ ਇੰਡੀਆ ਗਵਰਨਮੈਂਟ ਦਾ ਰਿਸਪੌਂਸ ਬਿਲਕੁਲ ਦੂਜੇ ਪਾਸੇ ਸੀਗਾ ਕਿ ਇਹਨਾਂ ਨੂੰ ਇੱਕ ਕਿਸਮ ਨਾਲ ਬੇਇਨਸਾਫੀ ਹੋਈ ਆ ਪਰਿਵਾਰਾਂ ਨਾਲ। ਦੇਖੋ, ਉਹਨਾਂ ਪਰਿਵਾਰਾਂ ਨੂੰ ਇਨਸਾਫ ਜ਼ਰੂਰ ਮਿਲਣਾ ਚਾਹੀਦਾ, ਅੱਜ ਵੀ ਮਿਲਣਾ ਚਾਹੀਦਾ। ਮੈਂ ਕਹਿੰਦਾ ਜਿਹੜੇ ਵੀ ਦੋਸ਼ੀ ਹੈਗੇ ਆ, ਅਜੇ ਵੀ ਜੇ ਕਿਤੇ ਇਨਵੈਸਟੀਗੇਸ਼ਨ ਦੁਬਾਰਾ ਇਹਨੂੰ ਫਾਲੋ ਕੀਤੀ ਜਾਂਦੀ ਆ, ਜੌਨ ਮੇਜਰ ਜਿਹੜੀ ਰਿਪੋਰਟ ਹੈਗੀ ਆ, ਉਹਨਾਂ ਨੇ ਇਨਵੈਸਟੀਗੇਸ਼ਨ ਨੂੰ ਅੱਗੇ ਤੋਰਨ ਦੀ ਗੱਲ ਕੀਤੀ ਸੀ, ਲੇਕਿਨ ਤੋਰੀ ਨਹੀਂ ਗਈ ਉਹ ਜਾਂਚ। ਮੇਰੇ ਮੁਤਾਬਕ ਜਦੋਂ ਭਾਰਤ ਸਰਕਾਰ ਦਾ ਜਿਹੜਾ ਸੀਗਾ ਬੈਨ, ਤੁਸੀਂ ਗੱਲ ਕਿ ਉਹ ਤਾਂ ਸਗੋਂ ਕਾਰਵਾਈ ਮੰਗਦੇ ਰਹੇ, ਬਹੁਤ ਲੰਬਾ ਸਮਾਂ ਬੈਨ ਰੱਖਿਆ। ਏਦਾਂ ਹੁਣ ਅਖੀਰਲੇ ਦਿਨਾਂ ਦੇ ਵਿੱਚ ਜਾ ਕੇ ਬਹੁਤ ਕੁਝ ਸਾਲ ਪਹਿਲਾਂ ਉਹਨਾਂ ਦੇ ਨਾਲ ਜਿਹੜੀ ਗੱਲਬਾਤ ਕੀ ਹੋਈ ਭਾਰਤ ਸਰਕਾਰ ਦੀ, ਕਿਉਂ ਰਵਿੰਦਰ ਸਿੰਘ ਮਲਿਕ ਉਹਨਾਂ ਦਾ ਇੱਕਦਮ ਜਿਹੜਾ ਟ੍ਰੈਂਡ ਸੀਗਾ ਭਾਰਤ ਪੱਖੀ ਹੋਇਆ। ਹਾਲਾਂਕਿ ਪਹਿਲਾਂ ਤੋਂ ਵੀ ਅਸੀਂ ਇਹ ਕਹਿ ਲਈਏ ਕਿ ਉਹ ਕਿਸੇ ਇੱਕ ਧਿਰ ਦੇ ਨਾਲ ਖੜੇ ਹੈਗੇ ਸੀ, ਸਿੱਖ ਕੌਮ ਨਾਲ ਖੜੇ ਹੋਏ ਸੀ, ਉਹ ਵੀ ਕੋਈ ਸਪਸ਼ਟ ਤੌਰ ਤੇ ਅਸੀਂ ਕਹਿ ਨਹੀਂ ਸਕਦੇ। ਉਹਨਾਂ ਦਾ ਨਾਂ ਆਇਆ ਸੀ ਨਿਸ਼ਚੈ ਕਾਂਡ ਦੇ ਵਿੱਚ, ਮੈਂ ਤੁਹਾਨੂੰ ਕਹਾਂ। ਬਾਕੀ ਉਹਨਾਂ ਨਾਲ ਵਿਵਾਦ ਹੀ ਜੁੜੇ ਰਹੇ ਵੱਡੇ ਪੱਧਰ ਤੇ, ਲੇਕਿਨ ਹਾਂ ਉਹਨਾਂ 2 ਖਾਲਸਾ ਸਕੂਲ ਚਲਾਏ ਸੀ, ਇਹਦੇ ਚ ਜ਼ਰੂਰ ਆਪਾਂ ਕਵਾਂਗੇ। ਲੇਕਿਨ ਜਿਹੜੇ ਤੁਸੀਂ ਤੁਹਾਡਾ ਸਵਾਲ ਤੇ ਮੈਂ ਰਵਾਂ ਕਿ ਜਿਹੜਾ ਬੈਨ ਅਖੀਰਲੇ ਦਿਨਾਂ ਚੁੱਪ ਚਪੀਤੇ ਹਟਾਇਆ ਗਿਆ, ਬੜੀਆਂ ਵੱਡੀਆਂ ਜਿਹੜੇ ਇੱਥੇ ਲਿਸਟਾਂ ਹੈਗੀਆਂ ਨੇ ਜਿਹੜੀਆਂ ਭਾਰਤ ਸਰਕਾਰ ਦੀਆਂ, ਜਿਹੜੇ ਬੈਨ ਹੈਗੇ ਲੋਕ, ਛੋਟੇ ਛੋਟੇ ਕੇਸਾਂ ਦੇ ਵਿੱਚ ਜਿਹੜੇ ਲੋਕ ਹੈਗੇ ਉਹ ਵੀ ਬੈਨ ਹੈਗੇ ਆ, ਅਜੇ ਵੀ ਬੈਨ ਹੈਗੇ ਆ। ਲੇਕਿਨ ਏਡੇ ਵੱਡੇ ਕੇਸ ਦੇ ਵਿੱਚੋਂ ਚਾਹੇ ਉਹ ਬਰੀ ਹੋ ਗਏ ਸੀ, ਲੇਕਿਨ ਭਾਰਤ ਸਰਕਾਰ ਉਹਨਾਂ ਨੂੰ ਹਮੇਸ਼ਾ ਜਿਸ ਤਰੀਕੇ ਨਾਲ ਵੇਖਦੀ ਰਹੀ। ਅੱਜ ਵੀ ਤੁਸੀਂ ਮੀਡੀਆ ਅਖਬਾਰਾਂ ਦੇਖੀਆਂ ਹੋਣੀਆਂ ਨਾ, ਉਹਨਾਂ ਨੇ ਸਸਪੈਕਟ ਲਿਖਿਆ ਉਹਨੂੰ, ਅਜੇ ਵੀ ਜਿਹੜੀਆਂ ਭਾਰਤ ਦੀ ਮੀਡੀਆ ਉਹਨੂੰ ਸਸਪੈਕਟ ਲਿਖ ਰਿਹਾ ਏਅਰ ਇੰਡੀਆ ਬੰਬਿੰਗ ਦਾ। ਇਟ ਮੀਨ ਕਿ ਉਹ ਇੱਕ ਕਿਸਮ ਦੇ ਨਾਲ ਇੱਕ ਪਾਸੇ ਤਾਂ ਆਪਾਂ ਕਹਿ ਸਕਦੇ ਹਾਂ ਕਿ ਉਹ ਕਾਰਵਾਈ ਦੀ ਮੰਗ ਕਰ ਰਹੇ ਸੀ, ਸਟਿਲ ਕਹਿ ਰਹੇ ਸੀ ਕਿ ਇਨਸਾਫ ਨਹੀਂ ਹੋਇਆ। ਟ੍ਰਾਇਲ ਮੀਡੀਆ ਦੇ ਵਿੱਚ ਇਹੋ ਹੀ ਚੱਲਦਾ ਰਿਹਾ ਹੈਗਾ ਕਿ ਇਹ ਦੋਸ਼ੀ ਹੈਗੇ ਆ। ਲੇਕਿਨ ਅਖੀਰਲੇ ਦਿਨਾਂ ਦੇ ਵਿੱਚ ਉਸ ਬੈਨ ਨੂੰ ਹਟਾ ਕੇ ਉਹਨਾਂ ਵੱਲੋਂ ਭਾਰਤ ਪੱਖੀ ਬਿਆਨ ਦੇਣੇ, ਭਾਰਤ ਜਾਣਾ, ਉੱਥੇ ਮੁਲਾਕਾਤਾਂ ਕਰਨੀਆਂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਲੈਟਰ ਦੇ ਵਿੱਚ ਸਿਫਤਾਂ ਕਰਨੀਆਂ, ਤੇ ਇਹ ਵੀ ਕਹਿਣਾ ਲੈਟਰ ਦੇ ਵਿੱਚ ਕਿ ਮੇਰੀ ਭਾਈਚਾਰੇ ਦੇ ਕੁਝ ਭੁੱਲੇ ਭਟਕੇ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਿਹੜੀ ਵਿਰੋਧਤਾ ਕਰ ਰਹੇ ਹੈਗੇ ਆ। ਇਹੋ ਜਿਹੀਆਂ ਗੱਲਾਂ ਜਿਹੜੇ ਸ਼ੰਕੇ ਇੰਨੇ ਪੈਦਾ ਕਰ ਦਿੰਦੇ ਹੈਗੇ ਆ ਕਿ ਜਿੱਦਾਂ ਇੱਕ ਨਵੇਂ ਤੋਂ ਨਵਾਂ ਸ਼ੰਕਾ ਪੈਦਾ ਹੋ ਗਿਆ ਕਿ ਆਖਰਕਾਰ ਇਹ ਗੱਲ ਕਿੱਧਰ ਨੂੰ ਜਾ ਰਹੀ ਸੀ, ਕਿ ਉਹਨਾਂ ਨੂੰ ਕਿੰਨਾ ਹਾਲਤਾਂ ਦੇ ਵਿੱਚ ਉਹਨਾਂ ਤੋਂ ਬੈਨ ਹਟਾ ਦਿੱਤਾ ਗਿਆ, ਕਿੰਨਾ ਹਾਲਤਾਂ ਦੇ ਵਿੱਚ ਉਹਨਾਂ ਦਾ ਜਿਹੜਾ ਮਾਈਂਡ ਚੇਂਜ ਹੋਇਆ ਤੇ ਉਹਨਾਂ ਨੇ ਸਿਫਤਾਂ ਜਿਹੜੀਆਂ ਕੀਤੀਆਂ ਪ੍ਰਧਾਨ ਮੰਤਰੀ ਦੀਆਂ, ਤੇ ਅੱਜ ਫਿਰ ਉਹਨਾਂ ਦਾ ਕਤਲ ਹੋਇਆ।
ਸੋ ਕਿਤੇ ਨਾ ਕਿਤੇ ਜੇ ਮੈਂ ਕਹਾਂ ਕਿ ਇੱਕ ਪੱਖ ਦਾ, ਦੋ ਪੱਖ ਇਸ ਕਤਲ ਦੇ ਹੈਗੇ ਆ, ਇਸ ਇੱਕ ਧਿਰ ਦਾ ਜ਼ੋਰ ਲੱਗਾ ਹੋਇਆ, ਜਿਹੜੇ ਜੀ ਭਾਰਤ ਦੀ ਧਿਰ ਆ। ਜੀ 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 ਇਹ ਇੱਥੇ ਵਾਰੀਆ ਸਾਹਿਬ ਵੱਡਾ ਸਵਾਲ ਜੁੜ ਜਾਂਦਾ ਹੈ ਕਿ ਜਿਸ ਤਰੀਕੇ ਦੇ ਨਾਲ ਭਾਰਤ ਸਰਕਾਰ ਨੇ ਲਗਾਤਾਰ ਉਹਨਾਂ ਨੂੰ ਦੋਸ਼ੀ ਵਜੋਂ ਕਟਹਿਰੇ ਵਿੱਚ ਰੱਖਿਆ, ਇੱਕ ਪਾਸੇ ਤਾਂ ਉਹ ਹੈ ਪੀਐਮ ਮੋਦੀ ਦੇ ਸਾਹਮਣੇ ਜਾ ਕੇ ਸਿਫਤਾਂ ਦੇ ਪੁਲ ਬੰਨ੍ਹਦੇ ਹੈ, ਪਰ ਦੂਜੇ ਪਾਸੇ ਅਕਾਲ ਤਖਤ ਜਿਹੜੀ ਜਥੇਦਾਰ ਸਾਹਿਬ ਨਾਲ ਜਾਂ ਜਿਹੜੀ ਮਰਿਆਦਾ ਉੱਥੋਂ ਦੀ ਉਲੀਕੀ ਗਈ ਹੈ ਅਕਾਲ ਤਖਤ ਸਾਹਿਬ ਦੀ, ਤਾਂ ਉਹਦੀ ਮਰਿਆਦਾ ਦੀ ਉਲੰਘਣਾ ਕਰਕੇ ਇਸ ਤਰੀਕੇ ਦੇ ਨਾਲ ਗੁਰਬਾਣੀ ਦੀਆਂ ਛਪਵਾਈਆਂ ਕਰਦੇ ਨੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਛਾਪਦੇ ਨੇ, ਉੱਥੇ ਖਿਮਾ ਜਾਚਨਾ ਨਹੀਂ ਕੀਤੀ ਜਾਂਦੀ, ਪਰ ਦੂਜੇ ਪਾਸੇ ਪੀਐਮ ਮੋਦੀ ਦੇ ਸਿਫਤਾਂ ਦੇ ਪੁਲ ਬੰਦ ਨੇ। ਫਿਰ ਇਸ ਗੱਲ ਨੂੰ ਕਿਵੇਂ ਮੰਨਿਆ ਜਾਵੇ? ਬਹੁਤ ਸਾਰੀਆਂ ਗੱਲਾਂ ਕੋਰਲੇਟ ਕਰਦੀਆਂ ਨੇ ਰਜਿੰਦਰ ਸਿੰਘ ਜੀ, ਤੁਸੀਂ ਗੱਲ ਜਿਹੜੀ ਵੈਲਿਡ ਕੀਤੀ ਹੈਗੀ ਆ, ਬਹੁਤ ਸਾਰੀਆਂ ਗੱਲਾਂ ਕੋਰਲੇਟ ਕਰਦੀਆਂ ਹੈਗੀਆਂ ਕਿ ਉਹਨਾਂ ਦੇ ਸਮਰਥਕ ਵੀ ਕਈ ਇਦਾਂ ਦੇ ਹੈਗੇ ਆ ਕਿ ਜਿਹੜੇ ਜਿਨ੍ਹਾਂ ਦੀ ਜਦੋਂ ਆਪਾਂ ਪੂਰੀ ਤਰ੍ਹਾਂ ਗੱਲ ਕਰੀਏ ਤੇ ਅਜੇ ਵੀ ਭਾਰਤ ਪੱਖੀ ਗੱਲਾਂ ਕਰਦੇ ਹੈਗੇ ਆ। ਸੋ ਕਿਤੇ ਨਾ ਕਿਤੇ ਇੱਕ ਘੇਰਾ ਹੀ ਜਿਹੜਾ ਬਣਾ ਲਿਆ ਗਿਆ ਸੀਗਾ, ਮੈਂ ਕਹਾਂ ਇੱਕ ਧਿਰਾਂ ਖੜੀਆਂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਭਾਰਤ ਸਰਕਾਰ ਵੱਲੋਂ, ਜਾਂ ਇੱਕ ਏਦਾਂ ਲੱਗਦਾ ਹੈਗਾ ਸਾਨੂੰ ਕਿ ਕਿਉਂ ਇੱਕਦਮ ਉਹਨਾਂ ਦਾ ਮਾਈਂਡ ਚੇਂਜ ਹੋਇਆ, ਕਿਉਂ ਉਹਨਾਂ ਨੇ ਸਿਫਤਾਂ ਕੀਤੀਆਂ। ਇੱਕ ਦੋ ਪੱਖ ਕਤਲ ਦੇ ਇਸ ਹੈਗੇ ਆ, ਜਿਹੜੇ ਆਪਾਂ ਅੱਜ ਕਤਲ ਹੋਇਆ ਉਹਨਾਂ ਦਾ, ਇਹਦੇ ਦੋ ਪੱਖ ਮੰਨੇ ਜਾ ਰਹੇ ਆ, ਜਿੱਦਾਂ ਤੁਸੀਂ ਮੈਨੂੰ ਪੁੱਛਿਆ ਹੈਗਾ। ਹਾਂਜੀ, ਕਿ ਇੱਕ ਧਿਰ ਨੂੰ ਮੀਡੀਆ ਟ੍ਰਾਇਲ ਇੰਡੀਆ ਦਾ ਇਸ ਗੱਲ ਤੇ ਜ਼ੋਰ ਲਗਾ ਰਿਹਾ ਕਿ ਕਿਉਂਕਿ ਉਹਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਿਫਤ ਕੀਤੀ ਸੀ, ਉਹ ਭਾਰਤ ਪੱਖੀ ਹੋ ਗਏ ਸੀਗੇ, ਇਸ ਕਰਕੇ ਕੁਛ ਇੱਕ ਧਿਰਾਂ ਇੱਥੇ ਜਿਹੜੀਆਂ ਕੈਨੇਡਾ ਦੇ ਹੈਗੀਆਂ ਉਹਨਾਂ ਨੂੰ ਇਹ ਗੱਲ ਮਨਜ਼ੂਰ ਨਹੀਂ ਸੀ ਤੇ ਉਹਨਾਂ ਦਾ ਕਤਲ ਹੋ ਗਿਆ। ਦੂਜੇ ਪਾਸੇ ਮੈਂ ਤੁਹਾਡੇ ਸਵਾਲ ਤੇ ਆਊਂਗਾ ਕਿ ਆਖਰਕਾਰ ਜਿਹੜੇ ਇਨਸਾਨ ਦਾ ਨਾਂ ਅਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਛਪਾਈਆਂ ਦੀ ਮਰਿਆਦਾ ਦੇ ਨਾਲ ਜੁੜਿਆ ਹੋਵੇ ਤੇ ਇੱਕ ਸਿੱਖ ਕੌਮ ਦੇ ਵਿੱਚ ਅਜੇ ਵਿਵਾਦ ਚੱਲ ਰਿਹਾ ਹੋਵੇ, ਇਹੋ ਜਿਹੇ ਤਾਂ ਉਸ ਤੋਂ ਪਹਿਲਾਂ ਭਾਰਤ ਸਰਕਾਰ ਖੁਦ ਹੀ ਕਹਿ ਰਹੀ ਹੋਵੇ ਕਿ ਜਿਹੜਾ ਟ੍ਰਾਇਲ ਹੈਗੇ ਕੈਨੇਡਾ ਚੱਲੇ ਉਹ ਫੇਅਰ ਨਹੀਂ ਸੀ ਹੈਗੇ ਤੇ ਉਹਨੂੰ ਸਸਪੈਕਟ ਮੰਨਿਆ ਜਾਂਦਾ ਰਿਹਾ ਹੋਵੇ, ਇਹੋ ਜਿਹੇ ਸ਼ਖਸੀਅਤ ਨੂੰ ਭਾਰਤ ਸਰਕਾਰ ਵੱਲੋਂ ਐਂਟਰੀਆਂ ਦੇਣੀਆਂ, ਉੱਥੇ ਮੁਲਾਕਾਤਾਂ ਕਰਨੀਆਂ ਅਹਿਮ ਬੰਦਿਆਂ ਦੇ ਨਾਲ, ਫਿਰ ਸਿਫਤਾਂ ਕਰਨੀਆਂ, ਕਿਤੇ ਨਾ ਕਿਤੇ ਬਹੁਤ ਸਾਰੇ ਇਹ ਇੱਕ ਕਿਸਮ ਦਾ ਸਰਕਲ ਪੈਦਾ ਕਰਦਾ ਹੈਗਾ ਸ਼ੰਕੇ ਦਾ ਕਿ ਕਿਸ ਤਰ੍ਹਾਂ ਇਸ, ਕਿਉਂਕਿ ਇਹ ਕੰਮ ਕੈਨੇਡਾ ਦੀਆਂ ਇਨਵੈਸਟੀਗੇਸ਼ਨ ਏਜੰਸੀਆਂ ਦਾ ਹੈਗਾ, ਉਹਨਾਂ ਨੇ ਸਾਨੂੰ ਪੂਰਨ ਭਰੋਸਾ ਹੈਗਾ ਕਿ ਜਿਹੜਾ ਕੈਨੇਡਾ ਦੀਆਂ ਇਨਵੈਸਟੀਗੇਸ਼ਨ ਏਜੰਸੀਆਂ ਭਾਰਤ ਦਾ ਜਿਹੜਾ ਮੀਡੀਆ ਟ੍ਰਾਇਲ ਹੈਗਾ ਉਹਨੂੰ ਚਾਹੀਦਾ ਹੈਗਾ ਕਿ ਆਪਣਾ ਜਿਹੜਾ ਟ੍ਰਾਇਲ ਚਲਾ ਰਿਹਾ ਉਹਨੂੰ ਸਟਾਪ ਕਰਕੇ ਇਨਵੈਸਟੀਗੇਸ਼ਨ ਏਜੰਸੀਆਂ ਤੇ ਗੱਲ ਰੱਖੇ ਕਿ ਉਹਨੂੰ ਆਪਣੀ ਗੱਲ ਉਹਨੂੰ ਆਪਣੀ ਜਾਂਚ ਕੰਪਲੀਟ ਕਰਨ ਦੇਵੇ। ਜੀ ਵਾਰੀਆ ਸਾਹਿਬ, ਇਹਦੇ ਨਾਲ ਜੁੜਿਆ ਸਵਾਲ ਹੈ ਕਿ ਕੈਨੇਡਾ ਦੇ ਵਿੱਚ ਬੜੀ ਦੁਖਦਾਇਕ ਘਟਨਾ ਵਾਪਰਦੀ ਹੈ ਕਿ ਕਿਸੇ ਇਨਸਾਨ ਦਾ ਕਿਸੇ ਦੇ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦੇਣਾ, ਕਿਉਂਕਿ ਹਰ ਬੰਦੇ ਦੇ ਆਪਣੇ ਨਿੱਜੀ ਖਿਆਲਾਤ ਹੋ ਸਕਦੇ ਨੇ, ਜਿਹੜਾ ਵਿਚਾਰਕ ਮਤਭੇਦ ਹੋ ਸਕਦੇ ਨੇ, ਪਰ ਇਸ ਤਰੀਕੇ ਦੇ ਨਾਲ ਕਤਲ ਨਹੀਂ ਸੀ ਹੋਣਾ ਚਾਹੀਦਾ। ਪਰ ਕੈਨੇਡਾ ਦੇ ਵਿੱਚ ਘਟਨਾ ਵਾਪਰਦੀ ਹੈ, ਜਾਂਚ ਏਜੰਸੀਆਂ ਜਿਹੜੀਆਂ ਆਪਣੀਆਂ ਇਨਵੈਸਟੀਗੇਸ਼ਨ ਸ਼ੁਰੂ ਕਰਦੀਆਂ ਨੇ, ਪਰ ਜੇ ਭਾਰਤੀ ਮੀਡੀਆ ਦੀ ਗੱਲ ਕਰੀਏ, ਅਖਬਾਰਾਂ ਦੀ ਗੱਲ ਕਰੀਏ, ਤਾਂ ਬੜੀਆਂ ਇੱਕ ਸੁਰਖੀਆਂ ਜਿਹੜੀਆਂ ਬਟੋਰ ਕੇ ਇੱਕ ਖਾਸ ਧਿਰ ਨੂੰ ਕਟਹਿਰੇ ਵਿੱਚ ਖੜਾ ਕੀਤਾ ਜਾ ਰਿਹਾ ਹੈ। ਤਾਂ ਫਿਰ ਜਿਹੜਾ ਭਾਰਤੀ ਮੀਡੀਆ ਹੈ, ਕੀ ਇਹ ਫਿਰ ਕੈਨੇਡਾ ਦੀਆਂ ਜਾਂਚ ਏਜੰਸੀਆਂ ਦੇ ਨਾਲੋਂ ਉੱਤਮ ਮੰਨਿਆ ਜਾਵੇ? ਬਿਲਕੁਲ ਨਹੀਂ ਮੰਨਿਆ ਜਾ ਸਕਦਾ ਰਜਿੰਦਰ ਸਿੰਘ ਜੀ। ਹਰ ਦੇਸ਼ ਦਾ ਇੱਕ ਆਪਣਾ ਦਾਇਰਾ ਹੁੰਦਾ, ਆਪਣੀ ਪ੍ਰਭੂਸੱਤਾ ਸੰਪੰਨ ਇੱਕ ਨਿਆਂਇਕ ਅਵਸਥਾ ਹੁੰਦੀ ਆ। ਸੋ ਜਿੱਥੇ ਵੀ ਘਟਨਾ ਵਾਪਰਦੀ ਹੁੰਦੀ ਆ ਉੱਥੇ ਜਾਂਚ ਹੁੰਦੀ ਆ। ਦੂਜਾ ਦੇਸ਼ ਭਾਵੇਂ ਉਹ ਮਸਲਾ ਉਹਨਾਂ ਨਾਲ ਕੰਸਰਨਡ ਕਰਦਾ ਹੋਵੇ, ਚਾਹੀਦਾ ਇਹ ਹੁੰਦਾ ਕਿ ਸਿਰਫ ਮੰਗ ਕੀਤੀ ਜਾ ਸਕਦੀ ਆ ਕੈਨੇਡਾ ਸਰਕਾਰ ਤੋਂ ਕਿ ਇਸ ਕੇਸ ਦੀ ਜਾਂਚ ਜਿਹੜੀ ਹੈਗੀ ਆ ਬਰੀਕੀ ਨਾਲ ਕੀਤੀ ਜਾਵੇ। ਉਸ ਮੰਗ ਭਾਰਤ ਸਰਕਾਰ ਵੀ ਕਰ ਸਕਦੀ ਹੈਗੀ ਆ, ਉੱਥੋਂ ਦਾ ਮੀਡੀਆ ਵੀ ਉਠਾ ਸਕਦਾ। ਲੇਕਿਨ ਆਪਣੇ ਤੌਰ ਤੇ ਅਸੀਂ ਜਾਂ ਕੋਈ ਵੀ ਅਖਬਾਰ ਜਾਂ ਚੈਨਲ ਇਹਦਾ ਟ੍ਰਾਇਲ ਚਲਾਵੇ ਕਿ ਇਹਦਾ ਇੱਕ ਏਦਾਂ ਹੈਗਾ ਇਹਦਾ ਆਹ ਕਾਰਨ ਹੈਗਾ, ਇਹਦਾ ਮੈਂ ਬਹੁਤ ਸਾਰੇ ਹੈਡਿੰਗ ਪੜ੍ਹੇ ਹੈਗੇ ਅਖਬਾਰਾਂ ਦੇ, ਜਿਹੜੇ ਇੰਗਲਿਸ਼ ਅਖਬਾਰਾਂ ਦੇ ਭਾਰਤੀਆਂ ਦੇ, ਉਹਨਾਂ ਨੇ ਸਿਰਫ ਤੇ ਸਿਰਫ ਆਪਣੇ ਵੱਲੋਂ ਲਗਭਗ 90% ਕਲੀਅਰ ਕਰ ਦਿੱਤਾ ਹੈਗਾ ਵੀ ਕਤਲ ਕਿਉਂ ਹੋਇਆ। ਇਹ ਗੱਲਾਂ ਬਿਲਕੁਲ ਜਾਇਜ਼ ਨਹੀਂ ਹੈਗੀਆਂ। ਕੈਨੇਡਾ ਦੀ ਆਪਣੀ RCMP ਹੈਗੀ ਆ ਜੀ, ਇੱਥੋਂ ਦੀਆਂ ਇਨਵੈਸਟੀਗੇਸ਼ਨ ਏਜੰਸੀਆਂ ਬੜੀ ਡੂੰਘਾਈ ਦੇ ਨਾਲ ਕੰਮ ਕਰਦੀਆਂ। ਹੁਣ ਵੀ ਅੱਜ ਵੀ ਜਿਹੜੀ ਨਵੀਂ ਉਹਨਾਂ ਫੁਟੇਜ ਜਾਰੀ ਕਰ ਦਿੱਤੀ ਆ ਕਿ ਜਿਹੜਾ ਕਾਰ ਉੱਥੇ ਲੰਬਾ ਸਮਾਂ 1 ਘੰਟਾ ਪਹਿਲਾਂ ਇੰਤਜ਼ਾਰ ਕਰ ਰਹੀ ਸੀ ਉਹਦੇ ਬਿਜ਼ਨਸ ਦੇ ਮੂਹਰੇ, ਉਹ ਕਾਰ ਦੀ ਵੀਡੀਓ ਜਾਰੀ ਕੀਤੀ ਆ। ਲੋਕਾਂ ਕੋਲੋਂ ਬਕਾਇਦਾ ਸਹਿਯੋਗ ਮੰਗਿਆ ਗਿਆ ਕਿ ਜਿਹੜੇ ਦੋਸ਼ੀ ਹੈਗੇ ਉਹਨਾਂ ਨੂੰ ਪਹਿਚਾਣ ਕਰਨ ਦੇ ਵਿੱਚ, ਉਹਨਾਂ ਨੂੰ ਗ੍ਰਿਫਤਾਰ ਕਰਾਉਣ ਦੇ ਵਿੱਚ ਲੋਕਾਂ ਕੋਲੋਂ ਇਨਵੈਸਟੀਗੇਸ਼ਨ ਏਜੰਸੀਆਂ ਨੇ ਜਾਂਚ ਦਾ ਸਹਿਯੋਗ ਵੀ ਮੰਗਿਆ ਆ। ਨਾਲ ਦੀ ਨਾਲ ਅਫਰਮ ਵੀ ਕੀਤਾ ਆ ਕਿ ਕੋਈ ਵੀ ਜਿਹੜਾ ਹੇਟ ਕ੍ਰਾਈਮ ਹੈਗਾ ਆ
ਉਹਨੂੰ ਸਖਤੀ ਦੇ ਨਾਲ ਲਿਆ ਜਾਊਗਾ, ਇਹਦੀ ਜਾਂਚ ਕਰਕੇ ਦੋਸ਼ੀਆਂ ਨੂੰ ਜ਼ਰੂਰ ਸਜ਼ਾ ਦਿਵਾਈ ਜਾਊਗੀ ਜੀ। ਇਹ ਵੀ ਗੱਲ ਮਿਲਦੀ ਹੈ ਕਿ ਜਿਹੜੀ ਕਾਰ ਹੈ ਉਹਨੂੰ ਅੱਗ ਲਗਾ ਦਿੱਤੀ ਗਈ ਹੈ, ਇਸ ਤਰੀਕੇ ਦੇ ਨਾਲ ਵੀ ਕੁਝ ਹੋਇਆ? ਬਿਲਕੁਲ, ਉਹ ਸ਼ੂਟਰ ਜਿਹੜਾ ਸੀਗਾ, ਉਹ ਜਦੋਂ ਉਹਨਾਂ ਨੇ ਇੱਕ ਸ਼ੂਟਰ ਸੀਗਾ ਉਤਰਿਆ, ਉਹਨੇ ਗੋਲੀਬਾਰੀ ਜਿਹੜੀ ਕੀਤੀ ਦੋਵਾਂ ਹੱਥਾਂ ਦੇ ਨਾਲ, ਉਹਦੇ ਦੋਵੇਂ ਹੱਥਾਂ 'ਚ ਹਥਿਆਰ ਸੀਗੇ। ਇੱਕ ਜਿਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਐਕਸਪਰਟ ਸ਼ੂਟਰ ਜਿੱਦਾਂ ਗੋਲੀ ਚਲਾਉਂਦੇ ਹੈਗੇ ਆ, ਨਿਸ਼ਾਨਾ ਬਣਾਉਂਦੇ ਆ, ਇਸੇ ਤਰ੍ਹਾਂ ਹੀ ਉਹ ਗੱਲ ਦੱਸੀ ਜਾ ਰਹੀ ਆ। ਅਤੇ ਉਸ ਤੋਂ ਬਾਅਦ ਜਿਹੜਾ ਵਹੀਕਲ ਹੈਗਾ, ਕੁਛ ਦੂਰੀ ਤੇ ਜਾ ਕੇ ਹੀ ਉਸਨੂੰ ਵੀ ਅੱਗ ਲਗਾ ਦਿੱਤੀ ਜਾਂਦੀ ਆ, ਸਬੂਤ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਆ। ਮੈਂ ਤੁਹਾਨੂੰ ਦੱਸਣਾ ਚਾਹੂੰਗਾ, ਕੱਲਾ ਰਬਦਮਨ ਸਿੰਘ ਮਲਕ ਹੀ ਨਹੀਂ, ਇਸ ਤੋਂ ਪਹਿਲਾਂ ਕਈ ਕਤਲ ਏਦਾਂ ਦੇ ਹੋਏ ਹੈਗੇ ਆ ਜਿਹੜੇ ਖੁਰਾ ਖੋਜ ਮਿਟਦੇ ਜਾ ਰਹੇ ਆ, ਜਿਹੜੇ 19 ਕਨਿਸ਼ਕ ਕਾਂਡ ਦੇ ਨਾਲ ਜਿਨ੍ਹਾਂ ਦਾ ਵੀ ਨਾਂ ਜੁੜਿਆ, ਉਹਨਾਂ ਦੇ ਕਤਲ ਇਸ ਤਰੀਕੇ ਨਾਲ ਹੋਇਆ ਕਿ ਉਹਨਾਂ ਦਾ ਦੋਸ਼ੀ ਨਹੀਂ ਲੱਭੇ। ਇਸ ਤੋਂ ਪਹਿਲਾਂ ਤਾਰਾ ਸਿੰਘ ਹੇਰ ਸੀਗੇ, ਉਹ ਗਵਾਹ ਬਣਨਾ ਦੀ ਗੱਲ ਕਰਦੇ ਸੀਗੇ ਇਸ ਕੇਸ ਦੇ ਵਿੱਚ, ਉਹ ਵੀ ਉਹਨਾਂ ਦਾ ਵੀ ਕਤਲ ਹੋਇਆ ਸੀ। ਇਸ ਤੋਂ ਪਹਿਲਾਂ ਤਰਵਿੰਦਰ ਪਰਮਾਰ ਜਿਹੜੇ ਭੇਦ ਭਰੀ ਹਾਲਤਾਂ ਦੇ ਵਿੱਚ ਇੰਡੀਆ ਦੀ ਕਸਟਡੀ ਦੇ ਵਿੱਚ ਉਹਨਾਂ ਦਾ ਜਿਹੜਾ ਸੀਗਾ ਉੱਥੇ ਕਤਲ ਹੋਇਆ। ਅਤੇ ਇੱਕ ਵੱਡਾ ਸਵਾਲ ਖੜਾ ਕਰਦਾ ਹੈਗਾ ਕਿ ਜਦੋਂ ਭਾਰਤ ਸਰਕਾਰ ਖੁਦ ਉਹਨੂੰ ਅਜੇ ਵੀ ਦੋਸ਼ੀ ਮੰਨਦੀ ਹੈਗੀ ਤਰਵਿੰਦਰ ਪਰਮਾਰ ਨੂੰ, ਹਾਲਾਂਕਿ ਹੁਣ ਇੱਥੋਂ ਜੌਨ ਮੇਜਰ ਇੱਕ ਕਮਿਸ਼ਨ ਸੀਗਾ, ਉਹਨੇ ਵੀ ਦੋਸ਼ੀ ਮੰਨਿਆ ਹੈਗਾ ਤਰਵਿੰਦਰ ਪਰਮਾਰ ਨੂੰ, ਲੇਕਿਨ ਅਦਾਲਤ ਨੇ ਨਹੀਂ, ਕਮਿਸ਼ਨ ਨੇ। ਸੋ ਮੈਂ ਇੱਕ ਗੱਲ ਤੁਹਾਨੂੰ ਦੱਸਣੀ ਚਾਹੂੰਗਾ ਕਿ ਏਡੇ ਵੱਡੇ ਭਾਰਤ ਸਰਕਾਰ ਦੇ ਮੁਤਾਬਕ ਏਡੇ ਵੱਡੇ ਦੋਸ਼ੀ ਨੂੰ, ਜਿਹਨੂੰ ਉਹ ਮੰਨਦੀ ਹੋਵੇਗੀ ਕਨਿਸ਼ਕ ਕਾਂਡ ਦਾ, ਉਹਨੂੰ ਭੇਦ ਭਰੀ ਹਾਲਤਾਂ ਦੇ ਵਿੱਚ ਖਤਮ ਕਰ ਦੇਣਾ ਅਤੇ ਉਹਦਾ ਕਿਸੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਕੈਨੇਡਾ ਨੂੰ ਸੂਚਨਾ ਤੱਕ ਨਾ ਦੇਣੀ ਜੀ, ਇੱਕ ਬੜੇ ਸ਼ੰਕੇ ਖੜੇ ਕਰਦੀ ਆ ਕਿ ਉਹਦਾ ਟ੍ਰਾਇਲ ਕਿਉਂ ਨਹੀਂ ਚਲਾਇਆ ਗਿਆ, ਇੰਟਰਨੈਸ਼ਨਲ ਉਹਨੂੰ ਕੈਨੇਡਾ ਨੂੰ ਕਿਉਂ ਨਹੀਂ ਸੌਂਪਿਆ ਗਿਆ, ਜੇ ਭਾਰਤ ਸਰਕਾਰ ਦੇ ਹੱਥਾਂ ਦੇ ਵਿੱਚ, ਜੇ ਵਾਕਿਆ ਹੀ ਆਪਾਂ ਮੰਨੀਏ ਕਿ ਇਦਾਂ ਹੋਇਆ ਸੀ। ਸੋ ਮੈਂ ਤੇ ਕੁੱਲ ਮਿਲਾ ਕੇ ਗੱਲ ਕਰੂੰਗਾ ਕਿ ਇਹ ਜਿਹੜਾ ਕਨਿਸ਼ਕ ਕਾਂਡ ਸੀ ਉਹਦੇ ਨਾਲ ਜੁੜੇ ਹੋਏ ਕਰੈਕਟਰ ਸੀ, ਜਿਹਦਾ ਇੱਕ ਇੱਕ ਕਰਕੇ ਜਾ ਰਹੇ ਹੈਗੇ ਆ, ਤਾਂ ਉਹਨਾਂ ਦੇ ਸਬੂਤ ਵੀ ਨਹੀਂ ਲੱਭੇ ਅਜੇ ਤੱਕ। ਉਦੋਂ ਹੀ ਸ਼ੰਕੇ ਖੜੇ ਕਰਦਾ ਸੀਗਾ ਕਨਿਸ਼ਕ ਕਾਂਡ, ਅੱਜ ਵੀ ਸ਼ੰਕੇ ਖੜੇ ਕਰਦਾ। ਤੇ ਸਿੱਖ ਕੌਮ ਨੂੰ ਵੱਡਾ ਇਹਦਾ ਸੈਟਬੈਕ ਪਹੁੰਚਿਆ ਸੀਗਾ। ਹਮੇਸ਼ਾ ਸੈਟਬੈਕ ਜਿਹੜਾ ਉਹਨੂੰ ਇੱਕ ਕਿਸੇ ਨਾਲ ਪਹੁੰਚਾਇਆ ਗਿਆ ਸੀਗਾ, ਜੇ ਮੈਂ ਕਹਾਂ ਇਸ ਗੱਲ ਦੇ ਪੱਕੇ ਖਦਸ਼ੇ ਹਮੇਸ਼ਾ ਬਣੇ ਰਹੇ ਹੈਗੇ ਆ ਕਿ ਕਨਿਸ਼ਕ ਕਾਂਡ ਦਾ ਇਹਦੇ ਨਾਲ ਜੁੜਦੀ ਗੱਲ ਹੈ ਕਿ ਜਿਹੜੇ ਕੈਨੇਡਾ ਦੀ ਧਰਤੀ ਤੇ ਵਸਣ ਵਾਲੇ ਲੋਕ ਹੈ, ਜਿਹੜੇ ਰਬਦਮਨ ਸਿੰਘ ਮਲਕ ਦੇ ਨਾਲ ਲਗਾਓ ਰੱਖਦੇ ਸੀ, ਉਹਨਾਂ ਦੇ ਵਿੱਚ ਮਲਕ ਦਾ ਵਕਾਰ ਕਿਵੇਂ ਦਾ ਸੀਗਾ? ਲੱਗਦੇ ਸੀ ਕਿ ਉਹ ਸਿੱਖ ਪੱਖੀ ਸੀ ਜਾਂ ਫਿਰ ਇੰਡੀਆ ਸਟੇਟ ਪੱਖੀ ਸੀ, ਜਾਂ ਕਿਸ ਤਰੀਕੇ ਦੀ ਸ਼ਖਸੀਅਤ ਸੀਗੇ? ਦੇਖੋ, ਉਹਨਾਂ ਦੀ ਜਿਹੜੀ ਇੱਕ ਸ਼ਖਸੀਅਤ ਸੀਗੀ ਵੀ, ਮੈਂ ਜੇ ਕਹਾਂ ਕਿ ਜਿਹੜੇ ਉਹਨਾਂ ਕੰਮ ਕੀਤੇ, ਇੱਕ ਖਾਲਸਾ ਕ੍ਰੈਡਿਟ ਯੂਨੀਅਨ ਖੋਲੀ ਸੀ, ਉਹਦੇ 16,000 ਮੈਂਬਰ ਸੀਗੇ ਆਪਣੇ ਤੌਰ ਦੇ ਉੱਪਰ। 2 ਸਕੂਲ ਮੈਂ ਖੋਲੇ, ਉਹਦੇ ਨਾਲ ਵੀ ਕੁਝ ਵਿਵਾਦ ਜੁੜੇ ਸੀਗੇ, ਲੇਕਿਨ 2 ਖਾਲਸਾ ਸਕੂਲ ਉਹਨਾਂ ਦੇ ਚੱਲ ਰਹੇ ਸੀਗੇ। ਇਸ ਤੋਂ ਇਲਾਵਾ ਵੀ ਜਿਹੜੀ ਇੱਥੋਂ ਦਾ ਜਿਹੜਾ ਡਾਇਸਪੋਰਾ ਸੀ, ਕੁਝ ਉਹਨਾਂ ਦੇ ਬਹੁਤ ਸਾਰੇ ਸਮਰਥਕ ਹੈਗੇ ਆ, ਬਹੁਤ ਸਾਰੇ ਉਹਨਾਂ ਦੇ ਵਿਰੋਧੀ ਹੈਗੇ ਆ। ਵਿਰੋਧੀ ਇਹ ਕਹਿੰਦੇ ਹੈਗੇ ਆ ਕਿ ਉਹਨਾਂ ਦੇ ਨਾਲ ਹਰ ਵਿਵਾਦ ਜਿਹੜਾ ਜੁੜਿਆ ਰਿਹਾ, ਉਹਨਾਂ ਨੇ ਹਮੇਸ਼ਾ ਹੀ ਕੰਟਰੋਵਰਸ਼ੀਅਲ ਗੱਲ ਕੀਤੀ ਆ। ਦੂਜੇ ਪਾਸੇ ਕੁਛ ਉਹਨਾਂ ਦੇ ਸਮਰਥਕ ਵੀ ਹੈਗੇ ਜਿਹੜੇ ਕਹਿੰਦੇ ਕਿ ਉਹ ਬੜੇ ਇੱਕ ਨਿਮਰ ਵਿਅਕਤੀ ਸੀਗੇ, ਉਹਨਾਂ ਦੇ ਉੱਪਰ ਕੇਸ ਚੱਲਿਆ, ਉਹ ਬਰੀ ਹੋ ਗਏ, ਸੋ ਉਹ ਕਿਸੇ ਗੱਲ ਦੇ ਦੋਸ਼ੀ ਨਹੀਂ ਸੀ ਹੈਗੇ। ਲੇਕਿਨ ਮੁੱਖ ਤੌਰ ਤੇ ਜਿੱਦਾਂ ਮੈਂ ਤੁਹਾਨੂੰ ਦੱਸਾਂਗੇ, ਖੀਰਲੇ ਦਿਨਾਂ ਦੇ ਦੀ ਗੱਲ ਜੀ ਆਪਾਂ ਲੈ ਲਈਏ, ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਗੱਲ ਲੈ ਲਈਏ, ਤੇ ਵਿਵਾਦਾਂ ਨੇ ਉਹਨਾਂ ਦਾ ਪਿੱਛਾ ਨਹੀਂ ਛੱਡਿਆ। ਇੱਕ ਵਾਰੀ ਕਿਸੇ ਵੀ ਵਿਅਕਤੀ ਦਾ ਵਿਵਾਦ ਦੇ ਵਿੱਚ ਨਾ ਆ ਜਾਣਾ ਕੁਦਰਤੀ ਗੱਲ ਹੁੰਦੀ ਆ, ਲੇਕਿਨ ਬਾਰ-ਬਾਰ ਵਿਵਾਦਾਂ ਦੇ ਨਾਲ ਜੁੜੇ ਰਹਿਣਾ, ਇੱਕ ਮੈਂ ਆਪਣੇ ਤੌਰ ਤੇ ਕਹੂੰਗਾ ਕਿ ਉਹ ਕੰਟਰੋਵਰਸ਼ੀਅਲ ਸ਼ਖਸੀਅਤ ਦੇ ਤੌਰ ਤੇ ਹੀ ਜਿਹੜਾ ਕੈਨੇਡੀਅਨ ਸਮਾਜ ਹੈਗਾ ਉਹਦੇ ਵਿਚਰੇ ਹੈਗੇ ਆ, ਤੇ ਕੰਟਰੋਵਰਸ਼ੀਅਲ ਤੌਰ ਤੇ ਹੀ ਇੱਥੋਂ ਚਲੇ ਗਏ। ਸੋ ਸੱਚ ਕੀ ਹੈਗਾ ਆ, ਇਹ ਇੱਥੋਂ ਦੀ ਇਨਵੈਸਟੀਗੇਸ਼ਨ ਏਜੰਸੀਆਂ ਸਾਹਮਣੇ ਲਿਆ ਸਕਦੀਆਂ ਨੇ, ਜਾਂ ਆਉਣ ਵਾਲਾ ਸਮਾਂ ਦੱਸੂਗਾ, ਜਾਂ ਉਹ ਲੋਕ ਜਾਣਦੇ ਹੈਗੇ ਆ ਜਿਹੜੇ ਬੈਕ ਬੈਂਡ ਤੇ ਬੈਠੇ ਹੋ ਗਏ ਆ। ਸੋ ਇਹਦੇ ਤੌਰ ਤੇ ਅਸੀਂ ਆਪਣੇ ਤੌਰ ਤੇ ਇੰਨਾ ਹੀ ਕਹਿ ਸਕਦੇ ਹਾਂ ਕਿ 2 ਪੱਖੀ 2 ਰਾਏ ਉਹਨਾਂ ਪ੍ਰਤੀ ਸੀਗੀਆਂ ਇੱਥੇ ਜੀ। ਅਖੀਰ ਵਿੱਚ ਪੰਜਾਬ ਦੇ ਲੋਕਾਂ ਦੇ ਵਾਸਤੇ ਕੋਈ ਸੁਨੇਹਾ ਸਾਂਝਾ ਕਰਨਾ ਚਾਹੁੰਦੇ ਹੋ ਤੇ? ਬਿਲਕੁਲ, ਰਜਿੰਦਰ ਸਿੰਘ ਸੋਹਰਾਜ ਜੀ, ਮੈਂ ਤੁਹਾਡੇ ਜਰੀਏ ਇੱਕ ਗੱਲ ਜ਼ਰੂਰ ਐਜ ਏ ਜਰਨਲਿਸਟ, ਕੈਨੇਡੀਅਨ ਆਪਣਾ ਡਾਇਸਪੋਰਾ ਹੈਗਾ ਆ, ਖਾਸ ਕਰਕੇ ਸਿੱਖ ਕੌਮ ਦੇ ਲੋਕ ਜਿਹੜੇ ਹੈਗੇ ਆ, ਜਾਂ ਸਾਰੇ ਧਰਮਾਂ ਦੇ ਜਿਹੜੇ ਭਾਰਤੀ ਮੂਲ ਦੇ ਲੋਕ ਹੈਗੇ, ਮੈਂ ਇੱਕ ਗੱਲ ਜ਼ਰੂਰ ਕਹੂੰਗਾ ਕਿ ਡੀਪ ਸਟੇਟ ਦੀਆਂ ਗੱਲਾਂ ਨੂੰ ਸਮਝਣਾ ਚਾਹੀਦਾ ਹੈਗਾ। 2 ਭਾਈਚਾਰਿਆਂ ਵਿੱਚ ਟਕਰਾਅ ਪੈਦਾ ਕਰਨ ਦੇ ਲਈ ਤੇ ਸਿੱਖ ਕੌਮ ਦੇ ਫੇਸ ਨੂੰ ਡੀਫੇਮ ਕਰਨ ਦੇ ਲਈ ਜਿਹੜੀਆਂ ਗੱਲਾਂ ਵੱਡੇ ਪੱਧਰ ਤੇ ਪਿੱਛੇ ਹੋਈਆਂ ਨੇ, ਉਹਨਾਂ ਤੋਂ ਚੌਕਸ ਰਹਿਣ, ਹੁਣ ਵੀ ਚੌਕਸ ਰਹਿਣ। ਕਿਸੇ ਦਾ ਵੀ ਕਤਲ ਇੱਕ ਮਾੜੀ ਗੱਲ ਹੈਗੀ ਆ, ਕਿਸੇ ਦਾ ਕਤਲ ਹੋਣਾ
ਆਪਣੇ ਆਪ ਦੇ ਵਿੱਚ ਅਸੀਂ ਉਹਨੂੰ ਕੰਡੈਮ ਕਰਦੇ ਹਾਂ, ਲੇਕਿਨ ਜਿਹੜੀਆਂ ਗੱਲਾਂ ਸਰਕਾਰਾਂ ਕਰਦੀਆਂ ਹੈਗੀਆਂ ਨੇ ਜਾਂ ਮੀਡੀਆ ਟ੍ਰਾਇਲ ਕਰਦੇ ਹੈਗੇ ਆ, ਉਹਨਾਂ ਦੇ ਵਿੱਚ ਆਪਣੀ ਮਾਨਸਿਕਤਾ ਨੂੰ ਫਿੱਟ ਨਾ ਕਰਨਾ। ਕੈਨੇਡੀਅਨ ਏਜੰਸੀਆਂ ਜਿਹੜੀਆਂ ਹੈਗੀਆਂ ਨੇ, ਜਿਹੜੀਆਂ ਜਾਂਚ ਕਰ ਰਹੀਆਂ, ਐਟ ਲੀਸਟ ਉਹਦੀ ਵੇਟ ਕਰਨੀ ਚਾਹੀਦੀ ਹੈਗੀ ਆ, ਔਰ ਉਹਦੇ ਤੇ ਭਰੋਸਾ ਰੱਖਣਾ ਚਾਹੀਦਾ ਕਿ ਇੱਕ ਖੁੱਲੇ ਮਾਈਂਡ ਦੇ ਨਾਲ ਇਸ ਕੇਸ ਨੂੰ ਜਿਹੜਾ ਉਹਦੇ ਤੇ ਛੱਡ ਦੇਣਾ ਚਾਹੀਦਾ। ਕੈਨੇਡੀਅਨ ਤੇ ਆਪਣਾ ਜਿਹੜਾ ਮਿਲਵਰਤਨ ਹੈਗਾ ਵਾ, ਉਹ ਕਦੇ ਵੀ ਨਹੀਂ ਹਟਾਉਣਾ ਚਾਹੀਦਾ ਆਪਸ ਦੇ ਵਿੱਚ। ਦੂਜੀ ਗੱਲ ਹੈਗੀ ਆ ਕਿ ਜਿਹੜਾ ਮੀਡੀਆ ਹੈਗਾ ਆ ਇੰਡੀਆ ਦਾ, ਉਹਨੂੰ ਵੀ ਇਹ ਗੱਲ ਸਮਝਣੀ ਚਾਹੀਦੀ ਹੈਗੀ ਆ ਕਿ ਉਹਨਾਂ ਦਾ ਅਧਿਕਾਰ ਖੇਤਰ ਤੋਂ ਵੱਧ ਕੇ ਇੱਥੇ ਆ ਕੇ ਉਹ ਇਸ ਨੂੰ ਟ੍ਰਾਇਲ ਬਣਾ ਕੇ ਫਾਈਨਲ ਰਿਪੋਰਟ ਦੇ ਦੇਣ ਇੱਕ ਕਿਸਮ ਦੇ ਨਾਲ ਅਦਾਲਤ ਦੇ ਫੈਸਲੇ ਤੋਂ ਪਹਿਲਾਂ, ਉਹ ਵੀ ਬੇਹੱਦ ਮਾੜੀ ਗੱਲ ਆ। ਉਹਨਾਂ ਮੀਡੀਆ ਰਿਪੋਰਟਾਂ ਦੇ ਉੱਪਰ ਵੀ ਲੋਕ ਜਿਹੜੇ ਆ ਕਦੇ ਵੀ ਯਕੀਨ ਨਾ ਕਰਨ, ਸਮੇਂ ਦੀ ਉਡੀਕ ਕਰਨ, ਕੈਨੇਡਾ ਦੀ ਨਿਆਂ ਅਵਸਥਾ ਨੂੰ ਕੰਮ ਕਰਨ ਦੇਣ, ਤਾਂ ਜੋ ਜਿਹੜਾ ਸੱਚ ਆਉਣ ਵਾਲੇ ਸਮੇਂ ਦੇ ਵਿੱਚ ਸਾਹਮਣੇ ਆ ਸਕੇ ਜੀ। ਬੜੇ ਅਹਿਮ ਵਿਸ਼ੇ ਦੇ ਉੱਪਰ ਗੱਲਬਾਤ ਕੀਤੀ ਹੈ ਰਘੁਤਮਨ ਸਿੰਘ ਮਲਿਕ, ਕਿਉਂਕਿ ਲਗਾਤਾਰ ਚਰਚਾਵਾਂ ਦੇ ਵਿੱਚ ਸੀ। ਪਿਛਲੇ ਦਿਨੀ ਉਹਨਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ। ਕਤਲ ਕਰਨ ਦੀ ਕੀ ਵਜ੍ਹਾ ਸੀ? ਕਿਸੇ ਨਿੱਜੀ ਰੰਜਿਸ਼ ਤਹਿਤ ਕਤਲ ਕੀਤਾ ਜਾਂਦਾ ਹੈ ਜਾਂ ਗਿਣੀ ਮਿਥੀ ਸਾਜ਼ਿਸ਼ ਤਹਿਤ ਕਤਲ ਕੀਤਾ ਜਾਂਦਾ ਹੈ? ਪਰ ਭਾਰਤੀ ਮੀਡੀਆ ਦੇ ਵੱਲੋਂ ਇੱਕ ਖਾਸ ਧਿਰ ਨੂੰ ਕਟਹਿਰੇ ਦੇ ਵਿੱਚ ਖੜਾ ਕਰਨਾ, ਪਿਛਲੇ ਲੰਬੇ ਸਮੇਂ ਤੋਂ 1985 ਤੋਂ ਲੈ ਕੇ ਚਰਚਾਵਾਂ ਦੇ ਵਿੱਚ ਰਹਿਣਾ, ਔਰ ਅੰਤਲੇ ਸਮੇਂ ਦੇ ਵਿੱਚ ਭਾਰਤ ਸਰਕਾਰ ਦੇ ਨਾਲ ਗੂੜੇ ਸੰਬੰਧ ਹੋਣੇ, ਇਹਦਾ ਕਾਰਨ ਕੀ ਸੀ ਔਰ ਕਿਸ ਤਰੀਕੇ ਦੇ ਨਾਲ ਕਿਹੜੀ ਧਿਰ ਵੱਲੋਂ ਕਤਲ ਕੀਤਾ ਜਾਂਦਾ ਹੈ, ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਕੈਨੇਡਾ ਦੀਆਂ ਇਨਵੈਸਟੀਗੇਸ਼ਨ ਟੀਮਸ ਨੇ ਉਹ ਦੱਸਣਗੀਆਂ। ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਤਮਾਮ ਪੱਖ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।